ਹੁਣ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ। ਛੀਨਤ ਬਸਤਰ ਦੀਨ ਬਹੁ ਸਾਜ। ਸੁਦਾਮਾ ਅਪਦਾ ਤੇ ਰਾਖਿਆ। ਗਨਕਾ ਪੜਤ ਪੂਰੇ ਤੇ ਕਾਜ। ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ। ਰਾਖੋ ਦਾਸ ਭਾਟ ਕੀ ਲਾਜ। ਹੋਵੈ ਸਿਫਤ ਖਸਮੰਦੀ। ਨੂਰ ਅਰਸ਼ੋਂ ਕੁਰਸ਼ੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀ। ਸਾਰੰ ਮਹੱਲਾ ਪੰਜਵਾ। ਤੂੰ ਨਿਰਮੀਤ ਸਖਾ ਹਰ ਪ੍ਰਾਨ। ਮਨ ਧਨ ਜਿਉ ਪਿੰਡ ਸਭ ਤੁਮਰਾ। ਇਹੋ ਤਨ ਸੀਤੋ ਤੁਮਰਾ ਧਾਨ। ਤੂੰ ਨਿਰਮੀਤ ਸਖਾ ਹਰ ਪ੍ਰਾਨ। ਮਨ ਧਨ ਜਿਉ ਪਿੰਡ ਸਭ ਤੁਮਰਾ। ਇਹੋ ਤਨ ਸੀਤੋ ਤੁਮਰਾ ਧਾਨ। ਰਹਾਉ ਤੁਮ ਹੀ ਦੀਏ ਅਨਕ ਪ੍ਰਕਾਰਾ। ਤੁਮ ਹੀ ਦੀਏ ਮਾਨ। ਸਦਾ ਸਦਾ ਤੁਮ ਹੀ ਪਤ ਰਾਖੋ। ਅੰਤਰ ਜਾਮੀ ਜਾਨ। ਜਿਨ ਸੰਤਨ ਜਾਣਿਆ ਤੂੰ ਠਾਕੁਰ। ਤੇ ਆਏ ਪਰਵਾਨ। ਜਨ ਕਾ ਸੰਗ ਪਾਈਐ ਵੱਡ ਭਾਗੀ। ਨਾਨਕ ਸੰਤਨ ਕੈ ਕੁਰਬਾਨ। ਜਿਨ ਸੰਤਨ ਜਾਣਿਆ ਤੂੰ ਠਾਕੁਰ। ਤੇ ਆਏ ਪਰਵਾਨ। ਜਨ ਕਾ ਸੰਗ ਪਾਈਐ ਵੱਡ ਭਾਗੀ। ਨਾਨਕ ਸੰਤਨ ਕੈ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਸ ਪਾਵਨ ਸ਼ਬਦੀ ਵਿਚਾਰ ਆਪ ਜੀ ਨੂੰ ਕਰਵਾ ਰਹੇ ਨੇ, ਸਰਵਣ ਕਰਵਾ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਚਮਨ ਸਿੰਘ ਜੀ ਦੰਦਮੀ ਟਕਸਾਲ ਵਾਲੇ। ਆਪ ਸਰਬੱਤ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਭਾਈ ਸਾਹਿਬ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰਨਾ ਕਰੋ। ਰੋਜ਼ਾਨਾ ਹੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਅੱਜ 24 ਤਰੀਕ ਨੂੰ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੀ ਜਨਮ ਦਿਹਾੜਾ
ਮਨਾਉਂਦਿਆਂ NDMC ਕਨਵੈਨਸ਼ਨ ਹਾਲ ਵਿੱਚ ਸ਼ਾਮ 4 ਵਜੇ ਤੋਂ ਵਿਸ਼ੇਸ਼ ਸਮਾਗਮ ਹੋ ਰਹੇ ਨੇ। ਕੱਲ੍ਹ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਜੋੜ ਮੇਲਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਵਿਸ਼ੇਸ਼ ਦੀਵਾਨ ਕੱਲ੍ਹ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਸਜਾਏ ਜਾ ਰਹੇ ਨੇ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸ਼ੀ 29 ਜੂਨ ਨੂੰ ਆ ਰਹੀ ਹੈ। ਇਸ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਾਮ ਸੋਦਰ ਦੇ ਪਾਠ ਤੋਂ ਲੈ ਕੇ ਰਾਤ 10:30 ਵਜੇ ਤੱਕ ਵਿਸ਼ੇਸ਼ ਦੀਵਾਨ ਸੱਜ ਰਹੇ ਨੇ। ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਾਰੇ ਹੀ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰੋ। ਇੱਕ ਹੋਰ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 500 ਸਾਲਾ 50ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋ ਕਿਉ ਮੰਦਾ ਆਖੀਐ ਵਿਸ਼ੇ 'ਤੇ ਆਧਾਰਿਤ ਵਿਸ਼ੇਸ਼ ਪੇਸ਼ਕਾਰੀ ਇਸਤਰੀ ਅਕਾਲੀ ਦਲ ਵੱਲੋਂ NDMC ਕਨਵੈਨਸ਼ਨ ਸੈਂਟਰ ਵਿੱਚ ਕਰਵਾਈ ਜਾ ਰਹੀ ਹੈ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 500 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਨੇ, ਜੋ ਬਾਲਾ ਪ੍ਰੀਤਮ ਐਜੂਕੇਸ਼ਨ ਸਕੀਮ ਸਕੂਲਾਂ ਵਿੱਚ ਜੋ ਬੱਚੇ ਹੋਰ ਸਕੂਲਾਂ ਵਿੱਚ ਬੱਚੇ ਪੜ੍ਹ ਰਹੇ ਨੇ, ਉਹਨਾਂ ਹੋਣਹਾਰ ਸਿੱਖ ਵਿਦਿਆਰਥੀਆਂ ਨੂੰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹਾਈ ਕਰਨ ਦੇ ਵਾਸਤੇ ਪ੍ਰੋਗਰਾਮ ਉਲੀਕੇ ਗਏ ਨੇ। ਸੰਗਤਾਂ ਨੂੰ ਬੇਨਤੀ ਹੈ ਆਪਣੇ ਇਲਾਕਿਆਂ ਵਿੱਚ ਇਸ ਸਕੀਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣਾ ਕਰੋ। ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਹਰ ਰੋਜ਼ ਸਵੇਰੇ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਵਿਸ਼ੇਸ਼ ਕਾਊਂਟਰ ਲਗਾਇਆ ਹੈ, ਜਿੱਥੇ ਸਟਾਫ ਬੈਠਾ ਹੈ। ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ 11 ਤੋਂ 4 ਵਜੇ ਤੱਕ ਸਟਾਫ ਮੌਜੂਦ ਰਹਿੰਦਾ ਹੈ। ਸੰਗਤਾਂ ਨੂੰ ਬੇਨਤੀ ਹੈ ਆਪ ਉਹਨਾਂ ਦਾਨੀ ਸੱਜਣਾ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣਾ ਕਰੋ। ਜੋ ਵਿਦਿਆਰਥੀ ਸਿੱਖ ਵਿਦਿਆਰਥੀ ਪੜ੍ਹਾਈ ਤੋਂ ਵਿਹਲੇ ਵਾਂਝੇ ਰਹਿ ਰਹੇ ਨੇ, ਜਿਨ੍ਹਾਂ ਦੇ ਪਾਸ ਇੰਨਾ ਖਰਚਾ ਨਹੀਂ, ਉਹਨਾਂ ਨੂੰ ਵੀ ਆਪ ਜੀ ਵੱਧ ਤੋਂ ਵੱਧ ਜਾਣਕਾਰੀ ਦੇਣਾ ਕਰੋ, ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ। ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾਂ ਤੇਰੀ ਬਾਣੀ। ਤੂੰ ਸਮਰੱਥ ਅਕਥ ਅਗੋਚਰ। ਜਿਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਭਗਤ ਵਸ਼ਲ ਕਿਰਪਾ ਨਿਧਾਨ। ਰਾਜਾਨ ਰਾਜ
ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਅੰਤਰਜਾਮੀ ਲੋਕ ਪਰਲੋਕ ਦੇ ਸਹਾਈ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਦਸਾਂ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਸਤ ਸੰਗੀ ਜਨੋ, ਕਰੋ ਕਿਰਪਾ ਲਵਾਓ ਹਾਜ਼ਰੀਆਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਤਾ ਦੇ ਜੋਗ ਹੋ, ਵਡਿਆਈ ਦੇ ਪਾਤਰ ਹੋ। ਪਾਵਨ ਬਾਣੀ ਦਾ ਬਚਨ ਹੈ, ਹਜੂਰ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਬ੍ਰਹਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਦੋਂ ਵੱਡੇ ਭਾਗ ਜਾਗਦੇ ਨੇ ਤੇ ਗੁਰੂ ਪਾਤਸ਼ਾਹ ਨਿੱਗੀ ਗੋਦ ਦਾ ਆਨੰਦ ਬਖਸ਼ਿਸ਼ ਕਰਦੇ ਹਨ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੂਰੋਂ ਨੇੜਿਓਂ ਚੱਲ ਕਰਕੇ ਪਾਵਨ ਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਜੁੜ ਮਿਲ ਬੈਠੇ ਹੋ। ਆਓ ਇਹਨਾਂ ਪੰਕਤੀਆਂ ਰਾਹੀਂ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ। ਫਿਰ ਜੋ ਰੋਜ਼ਾਨਾ ਦੀ ਵਿਚਾਰ ਹੈ ਆਰੰਭਤਾ ਗੁਰੂ ਸਾਹਿਬ ਆਪ ਕਰਾ ਲੈਣ। ਆਓ ਸਾਰੀ ਸਾਧ ਸੰਗਤ ਜੀ ਮਨ ਚਿਤ ਬਿਰਤਿਆਂ ਕਾਗਰ ਕਰਕੇ ਹਾਜ਼ਰੀਆਂ ਭਰਿਓ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ। ਸਾਰੀ ਸਾਧ ਸੰਗਤ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਆਓ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਇਹ ਵਿਚਾਰ ਆਪ ਕਰਾ ਲੈਣ। ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ। ਜੁੜਨ ਤੋਂ ਪਹਿਲਾਂ ਬੇਨਤੀ ਕਰਦਾ ਮੈਂ, ਹਜੂਰ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਿ ਜਦੋਂ ਵੀ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਜੁੜੀਏ, ਸਰੀਰ ਕਰਕੇ ਸਾਵਧਾਨ, ਮਨ ਕਰਕੇ ਇਕਾਗਰ ਚਿਤ ਹੋਈਏ, ਤਾਂ ਕਰਕੇ ਸਾਡਾ ਆਇਆ ਇੱਥੇ ਪ੍ਰਵਾਨ ਹੋ ਜਾਵੇ। ਸਤਿਗੁਰ ਨੇ ਬਾਣੀ ਅੰਦਰ ਬੜੀ ਵਾਰੀ ਇਹ ਕਿਰਪਾ ਕੀਤੀ ਹੈ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ। ਸਾਧੂ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਤਿਗੁਰੂ ਸਾਨੂੰ ਇਹ ਬਖਸ਼ਿਸ਼ ਕਰਦੇ ਨੇ ਕਿ ਸਭ ਤੋਂ ਵੱਡਾ ਜੋ ਪਾਵਨ ਸਥਾਨ ਹੈ ਉਹ ਗੁਰੂ ਕੀ ਸੰਗਤ ਹੈ। ਮੈਂ ਆਰੰਭਤਾ ਤੋਂ ਬਚਨ ਲੈ ਕੇ ਚੱਲਾਂ। ਭਗਤ ਨਾਮਦੇਵ ਜੀ ਰਾਗ ਗੋਣ ਅੰਦਰ ਬਖਸ਼ਿਸ਼ ਕਰਦੇ ਨੇ, ਅਸਮੇਧ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸਨਾਨੇ ਤਉ ਨਾ ਪੂਜੈ ਹਰ ਕੀਰਤਨਾਮਾ। ਜਿੱਥੇ ਤੁਸੀਂ ਜੁੜ ਮਿਲ ਬੈਠੇ ਹੋ, ਇਸ ਦੀ ਵਡਿਆਈ ਕਹਿਣ ਕਥਨ ਤੋਂ ਪਰੇ ਹੈ। ਭਗਤ ਨਾਮਦੇਵ ਜੀ ਰਾਗ ਗੋਣ ਅੰਦਰ ਕਿਰਪਾ ਕਰਦੇ ਨੇ ਕਿ ਪਿਛਲੇ ਸਮਿਆਂ ਵਿੱਚ ਜਗ ਕਰਵਾਇਆ ਕਰਦੇ ਸਨ। ਰਾਜੇ ਮਹਾਰਾਜੇ ਜਗ ਕਰਵਾਉਣਾ, ਇੱਕ ਘੋੜੇ ਨੂੰ ਸੁੰਦਰ ਸਜਾ ਕਰਕੇ ਨਾਲ ਸਿਪਾਹੀਆਂ ਦੀ ਨਿਗਰਾਨੀ ਵਿੱਚ ਛੱਡ ਦੇਣਾ। ਤੇ ਸਾਧ ਸੰਗਤ ਜੀ, ਤੇ ਜੇ ਕਿਸੇ ਨੇ ਉਸ ਘੋੜੇ ਨੂੰ ਫੜ ਲੈਣਾ ਤੇ ਉਹਦੇ ਨਾਲ ਜੰਗ ਕਰਨੀ ਪੈਣੀ। ਤੇ 1 ਸਾਲ ਬਾਅਦ ਜਦੋਂ ਘੋੜਾ ਵਾਪਸ ਆਉਂਦਾ ਸੀ, ਭਾਵ ਜਿਸ ਦੇਸ਼ ਵਿੱਚੋਂ, ਜਿਸ ਰਾਜਿਆਂ ਵਿੱਚੋਂ ਅਗਰ ਘੋੜਾ ਕੋਈ ਨਹੀਂ ਫੜਦਾ ਸੀ ਤੇ ਸਾਧ ਸੰਗਤ ਜੀ ਫਿਰ ਉਸ ਦਾ ਰਾਜ ਹੋ ਜਾਂਦਾ ਸੀ ਸਾਰੇ ਦੇਸ਼ ਵਿੱਚ। ਤੇ ਫਿਰ ਅਸਮੇਧ ਜਗ ਹੁੰਦਾ ਸੀ। ਅਸਮੇਧ ਜਗ ਕਰਨਾ ਬਹੁਤ ਵੱਡਾ ਸਾਧ ਸੰਗਤ ਜੀਓ ਭਾਵ ਸਮਾਂ ਲੱਗਦਾ ਹੈ।
ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਅਸਮੇਧ ਜਗ ਨੇ। ਦੁਆਪਰ ਸਮੇਂ ਵਿੱਚ ਪਾਂਡਵਾਂ ਨੇ ਅਸਮੇਧ ਜਗ ਕੀਤਾ। ਪਾਂਡਵਾਂ ਨੇ ਮਿਲ ਕਰਕੇ ਅਸਮੇਧ ਜਗ ਕੀਤਾ। ਭਗਤ ਨਾਮਦੇਵ ਜੀ ਕਹਿੰਦੇ ਅਸਮੇਧ ਜਗ ਨੇ। ਕਹਿੰਦੇ ਜਦੋਂ ਪਾਂਡਵਾਂ ਨੇ ਮਿਲ ਕੇ ਅਸਮੇਧ ਜਗ ਕੀਤਾ ਤੇ ਭਗਵਾਨ ਕ੍ਰਿਸ਼ਨ ਜੀ ਨੂੰ ਬਚਨ ਕੀਤੇ ਕਿ ਅਸੀਂ ਅਸਮੇਧ ਜਗ ਕੀਤਾ, ਇਹਦੇ ਸੰਪੂਰਨ ਦੀ ਨਿਸ਼ਾਨੀ ਕੀ ਹੈ? ਭਗਵਾਨ ਕ੍ਰਿਸ਼ਨ ਜੀ ਨੇ ਬਚਨ ਕੀਤਾ ਜਦੋਂ ਅਸਮੇਧ ਜਗ ਦੀ ਸਮਾਪਤੀ ਹੋਵੇਗੀ, ਸੰਪੂਰਨਤਾ ਦੀ ਇਹ ਨਿਸ਼ਾਨੀ ਹੈ, ਜੋ ਕੜਿਆਲ ਲੱਗੇ ਨੇ ਇਹ ਕਲਿਆੜ ਵੱਜਣਗੇ ਤੇ ਇਸ ਦੀ ਸੰਪੂਰਨਤਾ ਦੀ ਨਿਸ਼ਾਨੀ ਹੈ। ਕਹਿੰਦੇ ਨੇ ਸਾਧ ਸੰਗਤ ਜੀ ਅਸਮੇਧ ਜਗ ਦੀ ਸਮਾਪਤੀ ਹੋਈ ਪਰ ਕੜਿਆਲ ਨਾ ਵੱਜੇ। ਭਗਵਾਨ ਕ੍ਰਿਸ਼ਨ ਕੋਲ ਜਾ ਕੇ ਬੇਨਤੀ ਕੀਤੀ, ਤੁਸੀਂ ਦੱਸੋ ਇਹ ਕੜਿਆਲ ਨਹੀਂ ਵੱਜੇ, ਸੰਪੂਰਨਤਾ ਕਿਵੇਂ ਹੋਵੇਗੀ? ਭਗਵਾਨ ਕ੍ਰਿਸ਼ਨ ਨੇ ਪਾਂਡਵਾਂ ਨੂੰ ਬਚਨ ਕੀਤੇ, ਕਿਸੇ ਪੂਰਨ ਸਾਧੂ ਨੂੰ ਲੈ ਕੇ ਆਓ, ਉਹ ਤੁਹਾਡੇ ਇੱਥੇ ਪ੍ਰਸ਼ਾਦਾ ਛਕੇ, ਤਾਂ ਕਰਕੇ ਇਹ ਪੂਰਨ ਸਮਾਪਤੀ ਹੋਵੇਗੀ, ਅਸਮੇਧ ਜਗ ਦਾ ਫਲ ਮਿਲੇਗਾ। ਬੇਨਤੀ ਨੂੰ ਸਮਝਿਓ। ਕਹਿੰਦੇ ਨੇ ਸਾਧ ਸੰਗਤ ਸਾਰੇ ਪਾਂਡਵ ਮਿਲ ਕਰਕੇ ਪੂਰਨ ਸਾਧੂ ਬਾਰੇ ਦੱਸਿਆ ਕਿ ਜੇ ਕੋਈ ਪੂਰਨ ਸਾਧੂ ਹੈ ਤੇ ਸ੍ਰੀ ਵਾਲਮੀਕ ਜੀ ਨੇ। ਪਾਂਡਵ ਮਿਲ ਕਰਕੇ ਵਾਲਮੀਕ ਜੀ ਕੋਲ ਗਏ, ਬੇਨਤੀ ਕੀਤੀ ਅਸੀਂ ਅਸਮੇਧ ਜਗ ਆਰੰਭ ਕੀਤਾ, ਸਮਾਪਤੀ ਤੇ ਹੈ ਤੇ ਤੁਸੀਂ ਉੱਥੇ ਚਰਨ ਪਾਓ ਤਾਂ ਕਰਕੇ ਸਾਡੇ ਅਸਮੇਧ ਜਗ ਦੀ ਸੰਪੂਰਨਤਾ ਹੋਵੇ। ਅੱਗੋਂ ਵਾਲਮੀਕ ਜੀ ਨੇ ਬਚਨ ਕੀਤੇ, ਮੈਨੂੰ 100 ਜਗਾਂ ਦਾ ਫਲ ਦਿਓ ਤਾਂ ਮੈਂ ਤੁਹਾਡੇ ਇਸ ਅਸਮੇਧ ਜਗ ਵਿੱਚ ਆਵਾਂਗਾ। ਵਾਰੀ ਵਾਰੀ ਪਾਂਡਵਾਂ ਨੇ ਬਚਨ ਕੀਤੇ ਪਰ ਸ੍ਰੀ ਵਾਲਮੀਕ ਜੀ ਨੇ ਇਹ ਸ਼ਰਤ ਰੱਖ ਦਿੱਤੀ। ਅਖੀਰਲੇ ਸਮੇਂ ਦ੍ਰੋਪਦੀ ਆਪ ਗਏ ਨੇ, ਬਚਨ ਕੀਤੇ ਤੁਸੀਂ ਪੂਰਨ ਸਾਧੂ ਹੋ ਤੇ ਅਸੀਂ ਜਗ ਦੀ ਆਰੰਭਤਾ ਕੀਤੀ ਹੈ, ਸੰਪੂਰਨਤਾ ਦੇ ਨੇੜੇ, ਤੁਸੀਂ ਚਰਨ ਪਾਓ, ਪ੍ਰਸ਼ਾਦਾ ਛਕੋ ਤੇ ਇਹ ਜਗ ਦੀ ਸੰਪੂਰਨਤਾ ਹੋਵੇ। ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਸਭ ਤੋਂ ਬਹੁਤ ਵੱਡਾ ਸਥਾਨ ਹੈ, ਇਸ ਦੀ ਮਹਿਮਾ ਕਹਿਣ ਕਥਨ ਤੋਂ ਪਰੇ ਹੈ। ਸਾਧ ਸੰਗਤ ਜੀ ਦ੍ਰੋਪਦੀ ਨੇ ਬਚਨ ਕੀਤੇ, ਪੂਰਨ ਸਾਧੂ ਜੀ ਮੈਂ ਤੁਹਾਡੇ ਦਰਸ਼ਨਾਂ ਲਈ ਆਈ ਹਾਂ, ਬੇਨਤੀ ਕਰਨ ਲਈ ਹਾਂ, ਕਿਰਪਾ ਕਰੋ ਜਗ ਵਿੱਚ ਤੁਸੀਂ ਚਰਨ ਪਾਓ, ਦਰਸ਼ਨ ਦਿਓ, ਪ੍ਰਸ਼ਾਦਾ ਛਕੋ ਤਾਂ ਕਿ ਜਗ ਦੀ ਸੰਪੂਰਨਤਾ ਹੋਵੇ। ਸਾਧ ਸੰਗਤ ਜੀ ਸ੍ਰੀ ਵਾਲਮੀਕ ਜੀ ਨੇ ਉਹੀ ਬਚਨ ਕੀਤਾ, ਜੇ ਮੈਨੂੰ ਲੈ ਕੇ ਜਾਣਾ ਤੇ ਤੁਸੀਂ ਮੈਨੂੰ 100 ਜਗਾਂ ਦਾ ਫਲ ਦਿਓ ਤਾਂ ਮੈਂ ਤੁਹਾਡੇ ਅਸਮੇਧ ਜਗ ਵਿੱਚ ਚੱਲਾਂਗਾ। ਦ੍ਰੋਪਦੀ ਪਹਿਲਾਂ ਤੋਂ ਹੀ ਸਤ ਸੰਗਤ ਕਰਨ ਵਾਲੀ, ਬਚਨ ਕੀਤੇ ਮੈਂ ਸੁਣਿਆ ਕਿ ਜਦੋਂ ਕਿਸੇ ਪੂਰਨ ਸਾਧੂ ਦੀ ਸੰਗਤ ਵਿੱਚ ਜਾਈਏ, ਪੂਰਨ ਸਾਧੂ ਦੇ ਦਰਸ਼ਨ ਕਰਨ ਜਾਈਏ, ਪੂਰਨ ਸਾਧੂ ਨੂੰ ਮਿਲਣ ਜਾਈਏ ਤੇ ਪੂਰਨ ਸਾਧੂ ਦੀ ਇਹ ਮਹਿਮਾ, ਇੱਕ ਇੱਕ ਪੈਰ ਕਦਮ ਚੱਲਣ ਦਾ ਇੱਕ ਇੱਕ ਅਸਮੇਧ ਜਗ ਦਾ ਫਲ ਪ੍ਰਾਪਤ ਹੁੰਦਾ। ਆਖੋ ਸਤਨਾਮ, ਫਿਰ ਕਰੋ ਕਿਰਪਾ ਸਤਨਾਮ। ਦ੍ਰੋਪਦੀ ਕਹਿੰਦੀ ਹੈ ਮੈਂ ਸੰਗਤ ਕੀਤੀ ਹੈ, ਮੈਨੂੰ ਸੰਗਤ ਵਿੱਚੋਂ ਇਹ ਪ੍ਰਾਪਤ ਹੋਇਆ, ਜੇ ਕੋਈ ਪੂਰਨ ਸਾਧੂ ਕੋਲ ਜਾਵੇ ਤੇ ਉਹਨੂੰ ਇੱਕ ਇੱਕ ਕਦਮ ਚੱਲਣ ਦਾ ਅਸਮੇਧ ਜਗ ਦਾ ਫਲ ਪ੍ਰਾਪਤ ਹੁੰਦਾ ਹੈ। ਮੈਂ ਇੰਨੀ ਦੂਰੋਂ ਚੱਲ ਕੇ ਆਈ ਹਾਂ, 100 ਕਦਮ ਦਾ ਫਲ ਤੁਸੀਂ ਆਪ ਰੱਖ ਲਿਓ, ਬਾਕੀ ਮੈਨੂੰ ਵਾਪਸ ਕਰ ਦਿਓ। ਆਖੋ ਸਤਨਾਮ। ਕਹਿੰਦੇ ਨੇ ਹੁਣ ਤੁਸੀਂ ਜਗ ਵਿੱਚ ਚੱਲੋ। ਵਾਲਮੀਕ ਜੀ ਚੱਲੇ ਨੇ। ਕਹਿੰਦੇ ਨੇ ਸਾਧ ਸੰਗਤ ਜੀ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ। ਵਾਲਮੀਕ ਜੀ ਦੇ ਅੱਗੇ ਭੋਜਨ ਰੱਖਿਆ ਗਿਆ ਤੇ ਵਾਲਮੀਕ ਜੀ ਨੇ ਮਨ ਵਿੱਚ ਵਿਚਾਰ ਕੀਤੀ, ਪੂਰਨ ਸਾਧੂ ਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਪੂਰਨ ਸਾਧੂ ਨੇ ਮਨ ਵਿੱਚ ਵਿਚਾਰ ਕੀਤੀ, 36 ਪਦਾਰਥ ਨੇ, ਪਰਮਾਤਮਾ ਕਿਸ ਪਦਾਰਥ ਨੂੰ ਛਕ ਕੇ ਖੁਸ਼ ਹੋਵੇ, ਮਿੱਠੇ ਨੂੰ ਛਕ ਕੇ ਖੁਸ਼ ਹੋਵੇ, ਕਿਸ ਪਦਾਰਥ ਨੂੰ ਛਕ ਕੇ ਖੁਸ਼ ਹੋਵੇ, ਮੈਂ ਕਿਸ ਨੂੰ ਭੋਗ ਲਵਾ ਦੇਵਾਂ। ਤੇ ਸ੍ਰੀ ਵਾਲਮੀਕ ਜੀ ਨੇ ਉਹ ਸਾਰੇ ਪ੍ਰਸ਼ਾਦੇ, ਸਾਰੇ ਭੋਜਨ ਇਕੱਠੇ ਕਰਕੇ ਭੋਗ ਲਵਾ ਦਿੱਤਾ। ਸਾਰੇ ਪ੍ਰਸ਼ਾਦਾ ਜੋ ਸਾਰਾ ਪਦਾਰਥ ਤਿਆਰ ਕੀਤੇ ਸੀ ਇਕੱਠੇ ਕਰ ਲਏ ਤੇ ਭੋਗ ਲਵਾ ਦਿੱਤਾ ਤੇ ਪ੍ਰਸ਼ਾਦਾ ਛਕ ਲਿਆ। ਦ੍ਰੋਪਦੀ ਦੇ ਮਨ ਵਿੱਚ ਘਿਰਣਾ ਆ ਗਈ ਕਿ ਜਿਹੜਾ ਪ੍ਰਸ਼ਾਦਾ ਮੈਂ ਇੱਕ ਇੱਕ ਪ੍ਰਸ਼ਾਦਾ, ਇੱਕ ਇੱਕ ਲੰਗਰ ਇਹ ਬਹੁਤ ਸੋਹਣਾ ਤਿਆਰ ਕੀਤਾ, ਭੋਜਨ ਤਿਆਰ ਕੀਤਾ ਤੇ ਇਹਨਾਂ ਨੂੰ ਛਕਣ ਦੀ ਇਜਾਜ਼ਤ ਨਹੀਂ, ਭਾਵ ਇਹਨਾਂ ਰਸ ਲੈਣ ਦੀ ਇਜਾਜ਼ਤ ਨਹੀਂ, ਰਸ ਤੇ ਕੇਵਲ ਰਾਜੇ ਮਹਾਰਾਜੇ ਲੈ ਸਕਦੇ ਨੇ। ਇਹ ਸਾਧੂ ਮਹਾਤਮਾ ਤਾਂ ਕੇਵਲ ਨਾਮ ਜਪਣਾ ਜਾਣਦੇ ਨੇ, ਇਹਨਾਂ ਨੂੰ ਪਦਾਰਥਾਂ ਦਾ ਰਸ ਲੈਣਾ ਨਹੀਂ ਆਉਂਦਾ, ਕਿਉਂਕਿ ਕੱਲੇ ਕੱਲੇ ਦਾ ਰਸ ਲੈਣਾ ਸੀ। ਮਨ ਵਿੱਚ ਘਿਰਣਾ ਆ ਗਈ। ਪੂਰਨ ਸਾਧੂ ਪ੍ਰਸ਼ਾਦ ਲੰਗਰ ਛਕ ਕੇ ਸਾਧ ਸੰਗਤ ਜੀ ਭੋਜਨ ਛਕ ਕਰਕੇ ਵਾਪਸ ਆਪਣੇ ਘਰ ਮੁੜ ਆਏ। ਕਹਿੰਦੇ ਕੜਿਆਲ ਨਾ ਵੱਜਾ।
ਭਗਵਾਨ ਕ੍ਰਿਸ਼ਨ ਕੋਲ ਵਾਪਸ ਗਏ, ਦ੍ਰੋਪਦੀ ਗਈ, ਪਾਂਡਵ ਗਏ। ਭਗਵਾਨ ਕ੍ਰਿਸ਼ਨ ਜੀ ਪੂਰਨ ਸਾਧੂ ਨੇ ਪ੍ਰਸ਼ਾਦਾ ਵੀ ਛਕਿਆ, ਭੋਜਨ ਵੀ ਛਕ ਲਿਆ, ਪਰ ਘੜਿਆਲ ਨਹੀਂ ਵੱਜਿਆ, ਜਗ ਦੀ ਸੰਪੂਰਨਤਾ ਨਹੀਂ ਹੋਈ। ਕਹਿੰਦੇ ਦ੍ਰੋਪਦੀ ਨੂੰ ਪੁੱਛੋ, ਭਗਵਾਨ ਕ੍ਰਿਸ਼ਨ ਨੇ ਬਚਨ ਕੀਤੇ, ਦ੍ਰੋਪਦੀ ਨੂੰ ਪੁੱਛੋ। ਦ੍ਰੋਪਦੀ ਨੂੰ ਪੁੱਛਿਆ, ਕਹਿੰਦੇ ਮੇਰੇ ਮਨ ਵਿੱਚ ਇੱਕ ਘਿਰਨਾ ਆਈ ਸੀ ਕਿ ਮੈਂ ਇਹ ਭੋਜਨ ਤਿਆਰ ਕੀਤਾ ਸੀ, ਮਿਸ਼ਟਾਨ ਤਿਆਰ ਕੀਤੇ ਸੀ, ਇਹਨਾਂ ਨੇ ਇਕੱਠਿਆਂ ਨੂੰ ਭੋਗ ਲਗਾ ਦਿੱਤਾ ਤੇ ਮੇਰੇ ਮਨ ਵਿੱਚ ਘਿਰਨਾ ਆਈ ਕਿ ਇਹਨਾਂ ਨੂੰ ਰਸ ਲੈਣ ਦਾ ਪਤਾ ਨਹੀਂ, ਰਸ ਤੇ ਕੇਵਲ ਰਾਜੇ ਮਹਾਰਾਜੇ ਲੈ ਸਕਦੇ ਨੇ। ਕਹਿੰਦੇ ਜਾਓ ਬਾਲਮੀਕ ਕੋਲ ਜਾਓ ਤੇ ਉਹਨਾਂ ਨੂੰ ਪੁੱਛੋ, ਮਾਫੀ ਮੰਗੋ, ਤਾਂ ਇਸ ਅਸਮੇਧ ਜਗ ਦੀ ਸੰਪੂਰਨਤਾ ਹੋਵੇਗੀ। ਸਾਰੇ ਮਿਲ ਕਰਕੇ ਬਾਲਮੀਕ ਜੀ ਕੋਲ ਗਏ। ਦ੍ਰੋਪਦੀ ਨੇ ਬਚਨ ਕੀਤਾ, ਪੂਰਨ ਸਾਧੂ ਜੀ ਮੇਰੇ ਮਨ ਵਿੱਚ ਘਿਰਨਾ ਆਈ ਸੀ, ਇਸ ਕਰਕੇ ਜਗ ਦੀ ਸੰਪੂਰਨਤਾ ਨਹੀਂ ਹੋਈ, ਪਰ ਇਹ ਦੱਸੋ ਤੁਸੀਂ ਇਹ ਪ੍ਰਸ਼ਾਦਾ ਇਕੱਠਾ ਕਿਉਂ ਕੀਤਾ? ਜਦੋਂ ਭਾਵ ਬਣਦਾ ਨਾ ਸਾਧ ਸੰਗਤ ਜੀ, ਪ੍ਰੇਮ ਬਣਦਾ ਤੇ ਪ੍ਰੇਮ ਵਿੱਚ ਇਹ ਗੱਲ ਹੁੰਦੀ ਹੈ। ਸ੍ਰੀ ਵਾਲਮੀਕ ਜੀ ਨੇ ਬਚਨ ਕੀਤੇ, ਤੁਸੀਂ 36 ਪ੍ਰਕਾਰ ਦਾ ਭੋਜਨ ਤਿਆਰ ਕੀਤਾ ਤੇ ਮੇਰੇ ਮਨ ਵਿੱਚ ਇਹ ਗੱਲ ਆਈ, ਪਰਮਾਤਮਾ ਪਤਾ ਨਹੀਂ ਕਿਹੜਾ ਭੋਜਨ ਛਕ ਕਰਕੇ ਖੁਸ਼ ਹੋਵੇ, ਮਿੱਠਾ ਚੱਕ ਕੇ ਖੁਸ਼ ਹੋਵੇ, ਮੈਂ ਸਾਰਿਆਂ ਨੂੰ ਇਕੱਠਾ ਭੋਗ ਲਾਇਆ ਕਿ ਜਿਹੜਾ ਪਸੰਦ ਹੋਵੇਗਾ ਆਪੇ ਹੀ ਛਕ ਲੇਗਾ। ਆਖੋ ਸਤਨਾਮ। ਇਸ ਕਰਕੇ ਮੈਂ ਭੋਗ ਲਗਾਇਆ। ਕਹਿੰਦੇ ਨੇ ਦ੍ਰੋਪਦੀ ਚਰਨਾਂ ਤੇ ਟਹਿ ਪਈ, ਮਾਫੀਆਂ ਮੰਗੀਆਂ। ਉਸ ਤੋਂ ਬਾਅਦ ਅਸਮੇਧ ਜਗ ਦੀ ਸੰਪੂਰਨਤਾ ਹੋਈ। ਭਗਤ ਨਾਮਦੇਵ ਜੀ ਕਹਿੰਦੇ ਅਸਮੇਧ ਜਗ ਨੇ, ਕਹਿੰਦੇ ਅਸਮੇਧ ਜਗ ਕਰਨਾ ਬਹੁਤ ਔਖਾ ਹੈ। ਤੇ ਸਾਧ ਸੰਗਤ ਜੀ ਅਗਲਾ ਵਚਨ ਹੈ, ਤੁਲਾ ਪੁਰਖ ਦਾਨੇ, ਕਹਿੰਦੇ ਕੋਈ ਆਪਣੇ ਬਰਾਬਰ ਸੋਨਾ ਦਾਨ ਕਰ ਦਵੇ। ਪ੍ਰਾਗ ਇਸ਼ਨਾਨੇ, ਕਹਿੰਦੇ ਪ੍ਰਾਗ ਬਹੁਤ ਪਾਵਨ ਧਰਤੀ ਹੈ, ਉਸ ਤੇ ਇਸ਼ਨਾਨ ਕਰਨਾ, ਆਦਿਕ ਤੀਰਥਾਂ ਤੇ ਜਾਣਾ। ਤੇ ਭਗਤ ਨਾਮਦੇਵ ਜੀ ਕਹਿੰਦੇ ਤਉ ਨਾ ਪੂਜੈ ਹਰ ਕੀਰਤ ਨਾਮਾ, ਕਹਿੰਦੇ ਨੇ ਭਾਵੇਂ ਅਸਮੇਧ ਜਗ ਕਰ ਲੋ, ਆਪਣੇ ਜਿੰਨਾ ਸੋਨਾ ਦਾਨ ਕਰ ਦਿਓ, ਪ੍ਰਾਗ ਤੀਰਥ ਇਸ਼ਨਾਨਾਂ ਤੇ ਜਾ ਕਰਕੇ ਇਸ਼ਨਾਨ ਕਰੋ, ਪਰ ਪਰਮੇਸ਼ਰ ਦੇ ਨਾਮ ਤੋਂ ਬਰਾਬਰ ਤੁਲ ਕੋਈ ਨਹੀਂ। ਆਖੋ ਸਤਨਾਮ। ਜਿੱਥੇ ਤੁਸੀਂ ਬੈਠੇ ਹੋ ਪਾਵਨ ਬਾਣੀ ਦਾ ਬਚਨ ਹੁੰਦਾ, ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ। ਅੱਜ ਦੇ ਜੋ ਪਾਵਨ ਵਿਚਾਰ ਰਾਗ ਸਾਰੰਗ ਅੰਦਰ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਪੁੰਜ, ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਤੂੰ ਮੇਰੇ ਮੀਤ ਸਖਾ ਹਰ ਪ੍ਰਾਨ। ਸਾਧ ਸੰਗਤ ਜੀ ਮਿੱਤਰ ਅਸੀਂ ਵੀ ਬੜੇ ਬਣਾਉਂਦੇ ਆ, ਪਰ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਮਿੱਤਰ ਬਣਾ ਲਿਆ ਉਹਨਾਂ ਦੀ ਸੰਸਾਰ ਵਿੱਚ ਤੇ ਲੋਕ ਤੇ ਪਰਲੋਕ ਵਿੱਚ ਵਡਿਆਈ ਹੈ। ਹਜੂਰ ਕਹਿੰਦੇ ਮਿੱਤਰ ਅਸੀਂ ਦੁਨਿਆਵੀ ਲੋਕ ਬਹੁਤ ਬਣਾਉਂਦੇ ਨੇ, ਪਰ ਇਹ ਮਿੱਤਰ ਸਦੀਵੀ ਸਾਥ ਨਹੀਂ ਦਿੰਦੇ। ਇਹ ਮਿੱਤਰ ਸਦਾ ਸਾਥ ਰਹਿਣ ਵਾਲੇ ਨਹੀਂ। ਸਾਧ ਸੰਗਤ ਜੀ ਸਭ ਕੁਛ ਜੀਵਤ ਕੋ ਵਿਵਹਾਰ, ਜਿੰਨਾ ਚਿਰ ਅਸੀਂ ਸੰਸਾਰ ਤੇ ਆ ਉਹਨਾਂ ਚਿਰ ਸੰਸਾਰ ਦੇ ਲੋਕ ਵਡਿਆਈ ਕਰਨਗੇ। ਪਰ ਹਜੂਰ ਬਚਨ ਕਰਦੇ ਨੇ, ਜੇ ਤੂੰ ਪਰਮੇਸ਼ਰ ਦੇ ਨਾਲ ਪਿਆਰ ਕੀਤਾ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਦੋਂ ਸਾਡਾ ਪਿਆਰ, ਜਦੋਂ ਸਾਡੀ ਪ੍ਰੀਤ ਪਰਮੇਸ਼ਰ ਨਾਲ ਜੁੜ ਜਾਂਦੀ ਹੈ ਤੇ ਹਜੂਰ ਕਹਿੰਦੇ ਨੇ ਤੂੰ ਮੇਰੇ ਮੀਤ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਐ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ, ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਸਖਾ ਹੈ। ਤੇ ਹਜੂਰ ਕਹਿੰਦੇ ਨੇ ਹਰ ਪ੍ਰਾਨ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ। ਸਾਧ ਸੰਗਤ ਜੀ ਗੁਰੂ ਕੀ ਸੰਗਤ ਵਿੱਚ ਜੁੜ ਮਿਲ ਬੈਠੇ ਹੋ, ਇੱਥੇ ਆਉਣਾ ਬਹੁਤ ਗੁਰੂ ਦੀ ਕਿਰਪਾ ਹੋਵੇ ਤਾਂ ਗੁਰੂ ਕੀ ਸੰਗਤ ਵਿੱਚ ਬੈਠਿਆ ਜਾਂਦਾ ਹੈ, ਪਰ ਇੱਥੇ ਆਉਣ ਦਾ ਤਰੀਕਾ ਸਾਨੂੰ ਪ੍ਰਾਪਤ ਹੋਵੇ। ਭਗਤ ਨਾਮਦੇਵ ਜੀ ਦਾ ਇਹ ਸ਼ਬਦ ਸਾਂਝਾ ਕਰ ਦਵਾਂ ਕਿ ਸਾਨੂੰ ਗੁਰੂ ਕੀ ਸੰਗਤ ਵਿੱਚ ਗੁਰੂ ਨਾਲ ਜੁੜਨ ਦਾ ਤਰੀਕਾ ਕੀ ਹੈ। ਭਗਤ ਨਾਮਦੇਵ ਜੀ ਰਾਗ ਰਾਮਕਲੀ ਅੰਦਰ ਬਖਸ਼ਿਸ਼ ਕਰਦੇ ਨੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਇਹ ਉਦਾਹਰਣ ਦੇ ਕਰਕੇ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ ਕਿ ਇਹ ਭਾਈ ਇਹ ਜੀਵ ਜਿਵੇਂ ਸੁਨਿਆਰਾ ਸੋਨੇ ਨੂੰ ਘੜਨ ਵੇਲੇ ਕੁਠਾਲੀ ਵਿੱਚ ਜਦੋਂ ਸੋਨੇ ਨੂੰ ਪਾਉਂਦਾ ਤੇ ਸਾਧ ਸੰਗਤ ਜੀ ਸੋਨਾ ਤਿਆਰ ਕਰਦਾ, ਪਰ ਨਾਲ ਦਿਆਂ ਨਾਲ ਗੱਲਾਂ ਵੀ ਕਰਦਾ। ਕਹਿੰਦੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ, ਕਹਿੰਦੇ ਜਿਵੇਂ ਸੋਨਾ ਤਿਆਰ ਕਰਦਾ ਪਰ ਉਹਦਾ ਮਨ, ਉਹਦਾ ਚਿੱਤ ਸੋਨੇ ਵਿੱਚ ਹੁੰਦਾ ਹੈ, ਗੱਲਾਂ ਸਾਰਿਆਂ ਨਾਲ ਕਰਦਾ ਹੈ। ਰਹਿਣਾ ਸੰਸਾਰ ਵਿੱਚ ਹੈ, ਕਿਰਤ ਵੀ ਕਰਨੀ ਹੈ,
ਪਰ ਹਰ ਸਮੇਂ ਪਰਮੇਸ਼ਰ ਨਾਲ ਜੁੜੇ ਰਹਿਣਾ। ਭਗਤ ਨਾਮਦੇਵ ਜੀ ਦਾ ਇਹ ਬਚਨ, ਜਦੋਂ ਭਗਤ ਨਾਮਦੇਵ ਜੀ ਸਾਰਾ ਦਿਨ ਕਿਰਤ ਕਰਿਆ ਕਰਦੇ ਸਨ ਤੇ ਭਗਤ ਤ੍ਰਿਲੋਚਨ ਜੀ ਦੇ ਮਨ ਵਿੱਚ ਇਹ ਵਿਚਾਰ ਆਈ, ਬਚਨ ਕੀਤਾ, ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਛਿਪੋ ਛਾਇ ਲੈ ਰਾਮ ਨਾ ਲਾਵੋ ਚੀਤ। ਭਗਤ ਤ੍ਰਿਲੋਚਨ ਜੀ ਬਚਨ ਕਰਦੇ ਨੇ, ਤੁਸੀਂ ਸਾਰਾ ਦਿਨ ਕੰਮ ਕਰਦੇ ਹੋ, ਨਾਮ ਕਿਹੜੇ ਵੇਲੇ ਜਪਦੇ ਹੋ? ਅੱਜ ਸਾਡੇ ਕੋਲ ਸਮਾਂ ਨਹੀਂ, ਸਾਰਾ ਦਿਨ ਅਸੀਂ ਕਿਰਤ ਕਰਦੇ ਹਾਂ, ਪਰ ਅੱਜ ਇਸ ਉਪਦੇਸ਼ ਨੂੰ ਜੇ ਹਿਰਦੇ ਵਿੱਚ ਵਸਾ ਲਵਾਂਗੇ ਤੇ ਅਸੀਂ ਭਾਵੇਂ ਘਰ ਵਿੱਚ ਬੈਠੇ ਹਾਂ, ਭਾਵੇਂ ਕਾਰੋਬਾਰ ਕਰਦੇ ਹਾਂ, ਉਹ ਸਮਾਂ ਉਹ ਸਵਾਸ ਸਾਡੇ ਸਫਲੇ ਹੋ ਜਾਣਗੇ। ਆਖੋ ਸਤਨਾਮ। ਭਗਤ ਨਾਮਦੇਵ ਜੀ ਦਾ ਇਹ ਸ਼ਬਦ, ਜਦੋਂ ਭਗਤ ਨਾਮਦੇਵ ਜੀ ਨੇ ਭਗਤ ਤ੍ਰਿਲੋਚਨ ਜੀ ਦੇ ਸ਼ਬਦ ਸੁਣੇ ਕਿ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਿ ਤੁਸੀਂ ਲੱਗਦੇ ਹੋ ਮਾਇਆ ਵਿੱਚ ਮੋਏ ਗਏ ਹੋ, ਸਾਰਾ ਦਿਨ ਕੰਮ ਕਰਦੇ ਹੋ ਤੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਤੇ ਭਗਤ ਨਾਮਦੇਵ ਜੀ ਦੇ ਅੰਮ੍ਰਿਤਮਈ ਬਚਨ ਨੇ, ਕਹਿੰਦੇ ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਹੱਥਾਂ ਪੈਰਾਂ ਦੇ ਨਾਲ ਮੈਂ ਕਿਰਤ ਜ਼ਰੂਰ ਕਰਦਾ, ਪਰ ਮੇਰਾ ਮਨ ਸਦਾ ਹੀ ਉਸ ਹਰੀ ਪਰਮੇਸ਼ਰ ਸਖਾ ਮਿੱਤਰ ਦੇ ਨਾਲ ਜੁੜਿਆ ਰਹਿੰਦਾ ਹੈ। ਸਾਧ ਸੰਗਤ ਜੀ, ਸਮਾਜ ਬੜਾ ਕੀਮਤੀ ਹੈ। ਭਾਵੇਂ ਅੱਜ ਸਾਡੇ ਕੋਲ ਸਮਾਂ ਨਹੀਂ, ਪਰ ਜਿੱਥੇ ਵੀ ਅਸੀਂ ਰਹਿੰਦੇ ਹਾਂ, ਜਿਹੜੀ ਵੀ ਕਿਰਤ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ, ਭਾਵੇਂ ਘਰਾਂ ਵਿੱਚ ਮੇਰੇ ਮਾਤਾਵਾਂ ਭੈਣਾਂ ਬੀਬੀਆਂ ਕਰਮ ਕਰਦੀਆਂ ਨੇ, ਵੀਰ ਬਜ਼ੁਰਗ ਬਾਹਰ ਕਰਮ ਕਰਦੇ ਨੇ, ਜੋ ਮਰਜ਼ੀ ਹੱਥਾਂ ਪੈਰਾਂ ਦੇ ਨਾਲ ਅਸੀਂ ਪਰਮੇਸ਼ਰ ਦੀ ਦਿੱਤੀ ਹੋਈ ਕਿਰਤ ਕਰਨੀ ਹੈ। ਪਰ ਹਜੂਰ ਦਾ ਬਚਨ ਹੈ ਚੀਤ ਨਿਰੰਜਨ ਨਾਲ, ਕਿ ਦੁਨੀਆ ਵਿੱਚ ਕਿਰਤ ਕਰਦਿਆਂ ਮਨ ਪਰਮੇਸ਼ਰ ਨਾਲ ਜੋੜ ਕੇ ਰੱਖਣਾ। ਤੇ ਸਤਿਗੁਰ ਕਹਿੰਦੇ ਤਾਂ ਆਇਆ ਤੇਰਾ ਇਸ ਸੰਸਾਰ ਵਿੱਚ ਸਫਲਾ ਹੈ। ਹਜੂਰ ਕਹਿੰਦੇ ਨੇ ਅੱਜ ਦੇ ਪਾਵਨ ਮੁਖ ਵਾਕ ਰਾਹੀਂ ਕਿ ਤੂੰ ਮੇਰੇ ਮੀਤ ਸੱਚੇ ਪਾਤਸ਼ਾਹ, ਤੇਰੇ ਵਰਗਾ ਕੋਈ ਸੱਚਾ ਮਿੱਤਰ ਨਹੀਂ। ਦੁਨਿਆਵੀ ਮਿੱਤਰ ਬੜੇ ਬਣਦੇ ਨੇ, ਪਰ ਸਦੀਵੀ ਸਾਥ ਕੋਈ ਨਹੀਂ ਦਿੰਦਾ। ਤੂੰ ਹੀ ਮੇਰਾ ਸਖਾ ਮਿੱਤਰ ਹੈ, ਤੂੰ ਹੀ ਮੇਰੇ ਪ੍ਰਾਣਾਂ ਦਾ ਆਧਾਰ ਹੈ। ਮਨ ਤਨ ਜੀਓ ਪਿੰਡ ਸਭ ਤੁਮਰਾ। ਹਜੂਰ ਕਹਿੰਦੇ ਮਨ ਤੇਰਾ ਪਰਮੇਸ਼ਰ, ਧਨ ਤੇਰਾ ਹੈ, ਇਹ ਸਰੀਰ ਤੇਰਾ ਹੈ। ਇਹ ਕਹਿ ਦੇਣਾ ਸਾਧ ਸੰਗਤ ਜੀਓ ਇੱਕ ਵੱਖਰੀ ਗੱਲ ਹੈ, ਸਤਿਗੁਰੂ ਨੂੰ ਸੌਂਪ ਦੇਣਾ ਇਹ ਗੁਰੂ ਦੀ ਕਿਰਪਾ ਹੈ। ਪਾਵਨ ਬਾਣੀ ਅੰਦਰ ਬਚਨ ਆਉਂਦਾ, ਮੈਂ ਸਾਂਝਾ ਕਰ ਦਵਾਂ। ਅੱਜ ਸਾਰਾ ਸੰਸਾਰ ਕਿਸੇ ਨਾ ਕਿਸੇ ਗੱਲੋਂ ਦੁਖੀ ਹੈ, ਕੋਈ ਕਾਰੋਬਾਰ ਕਰਕੇ, ਕੋਈ ਮਾਇਆ ਕਰਕੇ, ਕੋਈ ਪਰਿਵਾਰ ਕਰਕੇ। ਪਰ ਇਸ ਸ਼ਬਦ ਰਾਹੀਂ ਸਤਿਗੁਰੂ ਗੁਰੂ ਅਮਰਦਾਸ ਪਿਤਾ ਕਿਰਪਾ ਕਰਦੇ ਨੇ, ਬਸ ਜੁੜਨ ਦੀ ਸਾਨੂੰ ਸੋਝੀ ਪ੍ਰਾਪਤ ਹੋ ਜੇ। ਗੁਰੂ ਅਮਰਦਾਸ ਪਿਤਾ ਦੇ ਬਚਨ ਅਸੀਂ ਹਰ ਰੋਜ਼ ਪੜ੍ਹਦੇ ਹਾਂ। ਇਸ ਪੰਕਤੀ ਅੰਦਰ, ਇਸ ਪੌੜੀ ਰਾਹੀਂ ਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਾਰੇ ਭਰਮ ਭੁਲੇਖੇ ਦੂਰ ਕਰਦੇ ਨੇ। ਹਜੂਰ ਕਹਿੰਦੇ ਨੇ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਜੁੜਨਾ ਹੈ। ਭਗਤ ਨਾਮਦੇਵ ਜੀ ਦਾ ਬਚਨ ਸਾਂਝਾ ਕੀਤਾ ਨਾ, ਜੋ ਕਰਮ ਕਰਦਾ ਕਰ, ਪਰ ਪਰਮੇਸ਼ਰ ਨਾਲ ਜੁੜਿਆ ਰਹਿ। ਗੁਰੂ ਅਮਰਦਾਸ ਪਿਤਾ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਇਹ ਪੰਕਤੀਆਂ ਅਸੀਂ ਰੋਜ਼ ਪੜ੍ਹਦੇ ਹਾਂ, ਪਰ ਜਿਸ ਦਿਨ ਜੁੜ ਜਾਵਾਂਗੇ ਤੇ ਸਾਡੇ ਨੇੜੇ ਦੁੱਖ ਨਹੀਂ ਆਉਣਗੇ। ਆਖੋ ਸਤਨਾਮ। ਅਸੀਂ ਸੁਣਦੇ ਜ਼ਰੂਰ ਹਾਂ, ਪਰ ਜਦੋਂ ਜੁੜਾਂਗੇ ਤੇ ਗੁਰੂ ਇਹ ਸਾਨੂੰ ਬਖਸ਼ਿਸ਼ ਕਰ ਦੇਵੇਗਾ। ਹਰ ਨਾਲ ਰਹੋ ਤੂੰ ਮਨ ਮੇਰੇ, ਮਨ ਨੂੰ ਸੰਬੋਧਨ ਕੀਤਾ। ਜਦੋਂ ਇਹ ਮੇਰੇ ਮਨ ਪਰਮੇਸ਼ਰ ਨਾਲ ਜੁੜੇਗਾ ਤੇ ਪਰਮੇਸ਼ਰ ਤੇਰੇ ਦੁੱਖਾਂ ਦੀ ਨਿਵਰਤੀ ਕਰ ਦੇਵੇਗਾ। ਅਗਲਾ ਬਚਨ ਹੁੰਦਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਹਜੂਰ ਕਹਿੰਦੇ ਜਿਹੜਾ ਪਰਮੇਸ਼ਰ ਸਾਰੀਆਂ ਗੱਲਾਂ ਤੋਂ ਸਮਰੱਥ ਹੈ, ਕਹਿੰਦੇ ਇਹ ਮਨ ਉਹਨੂੰ ਕਿਉਂ ਮਨੋ ਵਿਸਾਰਿਆ। ਤੇ ਹਜੂਰ ਕਹਿੰਦੇ ਕਹਿ ਨਾਨਕ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ। ਐ ਮੇਰੇ ਮਨ ਤੂੰ ਵਾਹਿਗੁਰੂ ਪਰਮੇਸ਼ਰ ਨਾਲ ਜੁੜਨਾ ਕਰ, ਜਿਸ ਨਾਲ ਜੁੜਿਆ ਲੋਕ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਆਓ ਇਹਨਾਂ ਪੰਕਤੀਆਂ ਰਾਹੀਂ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਕਿਤੇ ਕਿਰਪਾ ਕਰੋ। ਬਹੁਤ ਜਨਮ ਬਿਸਰੇ ਥੇ ਮਾਂਦੋ, ਬਹੁਤ ਜਨਮ ਬਿਸਰੇ ਥੇ ਮਾਂਦੋ। ਕਰੋ ਕਿਰਪਾ ਸਾਧ ਸੰਗਤ ਜੀ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ।
ਇਹ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ। कि समय ਦਾ ਕਿਸੇ ਨੂੰ ਪਤਾ ਨਹੀਂ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਣਕਾ। ਆਉਣ ਦਾ ਸਾਰਿਆਂ ਨੂੰ ਪਤਾ, ਅੱਜ ਡਾਕਟਰ ਦੱਸ ਦਿੰਦੇ ਨੇ ਬੱਚਾ ਕਿਸ ਦਿਨ ਕਿਸ ਸਮੇਂ ਜਨਮ ਲਵੇਗਾ, ਪਰ ਹਜੂਰ ਨੇ ਇਹ ਗੁੱਜਾ ਭੇਦ ਰੱਖਿਆ, ਕਹਿੰਦੇ ਕਹਾਂ ਵਿਸਾਸਾ ਇਸ ਭਾਂਡੇ ਕਾ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਇਸ ਜਨਮ ਵਿੱਚ ਆਪਣੇ ਨਾਲ ਜੋੜ ਲੈਣਾ ਕਰੋ। ਭਗਤ ਕਬੀਰ ਸਾਹਿਬ ਜੀ ਜਿਨ ਬਚਨ ਕੀਤੇ, 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਦ ਪਏ। ਨੈਨੋ ਨੀਰ ਬਹਿ ਤਨ ਖੀਨਾ ਪਏ, ਕੇਸ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ। ਸਮਾਂ ਇਹ ਬਹੁਤ ਵੱਡ ਕੀਮਤੀ ਹੈ, ਇਸ ਸਮੇਂ ਦੀ ਕੋਈ ਕੀਮਤ ਨਹੀਂ, ਪਰ ਸਮੇਂ ਨੂੰ ਵਿਚਾਰਨਾ, ਸਮੇਂ ਨੂੰ ਸੰਭਾਲ ਲੈਣਾ, ਇਹੋ ਹੀ ਮਨੁੱਖਾ ਜਨਮ ਦਾ ਲਾਹਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਇਹ ਮਨੁੱਖਾ ਜਨਮ ਮਿਲਿਆ ਕਿਵੇਂ ਹੈ, ਮਿਲਿਆ ਕਿਸ ਕਰਕੇ? ਹਜੂਰ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਪਰਮੇਸ਼ਰ ਨੂੰ ਮਿਲਣ ਵਾਸਤੇ ਇਹ ਦੇਹੀ ਪ੍ਰਾਪਤ ਹੋਈ ਹੈ, ਪਰ ਇਹ ਜੀਵ ਸਾਰੀ ਜ਼ਿੰਦਗੀ ਦੁਨਿਆਵੀ ਕੰਮਾਂ ਕਾਰਾਂ ਵਿੱਚ ਲਗਾ ਦਿੰਦਾ ਹੈ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਕਹਿੰਦੇ 12 ਸਾਲ ਬਚਪਨੇ ਵਿੱਚ ਬੀਤੇ ਨੇ, 20 ਸਾਲ ਜਵਾਨੀ ਦੀ, 30 ਸਾਲ ਉਸ ਤੋਂ ਵਧੇਰੀ ਉਮਰ ਹੋਈ ਹੈ, ਅਖੀਰਲਾ ਸਮਾਂ ਬੁਢੇਪੇ ਦਾ ਆ ਗਿਆ। ਤੇ 52 ਬਾਣੀ ਦਾ ਬਚਨ ਨਾ, ਨੈਨੋ ਨੀਰ ਬਹਿ ਤਨਖੀਨਾ, ਕਹਿੰਦੇ ਹੁਣ ਨੈਣਾ ਤੋਂ ਅੱਖਾਂ ਤੋਂ ਦੇਖਿਆ ਨਹੀਂ ਜਾਂਦਾ, ਪੈਰਾਂ ਤੋਂ ਚੱਲਿਆ ਨਹੀਂ ਜਾਂਦਾ, ਰੂਦਾ ਕੰਡ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ, ਮੂੰਹ ਤੋਂ ਬੋਲਿਆ ਨਹੀਂ ਜਾਂਦਾ। ਕਹਿੰਦੇ ਹੁਣ ਪਰਮੇਸ਼ਰ ਨਾਲ ਜੁੜਨਾ ਬੜਾ ਔਖਾ ਹੈ। ਅੱਜ ਦੇ ਹੁਕਮਨਾਮੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਨੇ, ਐ ਪ੍ਰੀਤਮ ਪਰਮੇਸ਼ਰ ਵਾਹਿਗੁਰੂ, ਤੂੰ ਸਾਡੇ ਪ੍ਰਾਣਾਂ ਦਾ ਆਧਾਰ ਹੈ, ਤੂੰ ਸਾਨੂੰ ਸਭ ਕੁਝ ਦਾਤਾਂ ਦੇਣ ਵਾਲਾ ਹੈ, ਤੇਰਾ ਦਿੱਤਾ ਹੋਇਆ ਹੀ ਅਸੀਂ ਸਭ ਕੁਝ ਪ੍ਰਾਪਤ ਕਰਦੇ ਹਾਂ। ਅੱਜ ਅਸੀਂ ਭਾਵੇਂ ਨਿਸ਼ੁਕਰੇ ਹੋਈਏ, ਪਰ ਸਭ ਕੁਝ ਦਿੱਤਾ ਹੋਇਆ ਉਸ ਪਰਮੇਸ਼ਰ ਦਾ ਹੈ। ਤੁਮ ਦਾਤੇ, ਜਦੋਂ ਇਹਨਾਂ ਬਚਨਾਂ ਨੂੰ ਪੜਾਂਗੇ ਤੇ ਹਜੂਰ ਦੀ ਵਡਿਆਈ ਚੇਤੇ ਆਵੇਗੀ। ਹਜੂਰ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਦੇ ਚਾਕਰ ਹਾਂ, ਬੱਚੇ ਹਾਂ, ਤੇ ਤੂੰ ਆਪਣੇ ਬੱਚਿਆਂ ਨੂੰ ਸੰਭਾਲ ਲੈਣਾ ਕਰ। ਸਾਧ ਸੰਗਤ ਜੀ, ਹਜੂਰ ਦਾ ਬਚਨ ਹੁੰਦਾ ਹੈ, ਤੁਮ ਹੀ ਦੀਏ ਅਨੇਕ ਪ੍ਰਕਾਰ। ਹੁਣ ਸਾਰਾ ਕੁਝ ਦਿੱਤਾ ਹੋਇਆ ਪਰਮੇਸ਼ਰ ਦਾ ਹੈ, ਸਾਰੇ ਪਦਾਰਥ ਪਰਮੇਸ਼ਰ ਦੇ ਦਿੱਤੇ ਹੋਏ ਨੇ। ਹਜੂਰ ਕਹਿੰਦੇ ਤੁਮ ਹੀ ਦੀਏ ਅਨੇਕ ਪ੍ਰਕਾਰਾ, ਤੁਮ ਹੀ ਦੀਏ ਮਾਨ। ਹੁਣ ਜੇ ਕੋਈ ਬੰਦਾ ਕਵੇ ਇਹ ਪਦਾਰਥ ਮੈਂ ਕਮਾਏ ਨੇ, ਇਹ ਮੇਰੀ ਸ਼ਕਤੀ ਨਾਲ ਪ੍ਰਾਪਤ ਹੋਏ ਨੇ, ਤੇ ਸਾਧ ਸੰਗਤ ਜੀ ਝੂਠ ਹੈ। ਇਹ ਪਰਮੇਸ਼ਰ ਕਿਰਪਾ ਕੀਤੀ ਹੈ ਤਾਂ ਇਹ ਸੁਖ ਜੀਵਨ ਦੇ ਮਿਲੇ ਨੇ। ਤੇ ਹਜੂਰ ਕਹਿੰਦੇ ਨੇ ਤੁਮ ਹੀ ਦੀਏ ਮਾਨ। ਜੇ ਕਿਸੇ ਨੂੰ ਵਡਿਆਈ ਮਿਲਦੀ ਹੈ, ਜੇ ਕਿਸੇ ਨੂੰ ਜੀਵਨ ਵਿੱਚ ਸੁਖ ਮਿਲਦਾ ਹੈ, ਤੇ ਗੁਰੂ ਨਾਨਕ ਦੀ ਕਿਰਪਾ ਹੈ। ਆਖੋ ਸਤਨਾਮ। ਹਜੂਰ ਕਹਿੰਦੇ ਇਹ ਪਰਮੇਸ਼ਰ ਦੀ ਕਿਰਪਾ ਹੋਈ ਹੈ ਤਾਂ ਇਸ ਜੀਵਨ ਵਿੱਚ ਤੈਨੂੰ ਸੁਖ ਮਿਲੇ ਨੇ, ਤਾਂ ਇਸ ਜੀਵਨ ਵਿੱਚ ਤੈਨੂੰ ਵਡਿਆਈ ਪ੍ਰਾਪਤ ਹੋਈ ਹੈ। ਸਦਾ ਸਦਾ ਤੁਮ ਹੀ ਪਤ ਰਾਖੋ, ਅੰਤਰ ਜਾਮੀ ਜਾਨ। ਉਹ ਪਰਮੇਸ਼ਰ ਸਦਾ ਹੀ ਸਾਡੀ ਪਤ ਰੱਖਦਾ ਹੈ, ਭਾਵੇਂ ਅਸੀਂ ਅੱਜ ਨਿਸ਼ੁਕਰੇ ਹੋਈਏ, ਪਰ ਉਹ ਪਰਮੇਸ਼ਰ ਐਸਾ ਦਿਆਲੂ ਹੈ, ਐਸਾ ਕਿਰਪਾਲੂ ਹੈ, ਉਹ ਜਦੋਂ ਬਖਸ਼ਿਸ਼ ਕਰਦਾ ਹੈ, ਟੁੱਟ ਜਾਂਦਾ ਹੈ, ਤੇ ਸਾਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੁੱਡੀ, ਅਨਾ ਆਕਾਸ਼ ਮਦੇ ਭਰਮੀ ਅਲੇ। ਇੱਕ ਜੁੜਨ ਦਾ ਤਰੀਕਾ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ। ਕਈ ਘਰ ਬੈਠੇ ਜੁੜ ਜਾਂਦੇ ਨੇ, ਕਈ ਸੰਗਤ ਵਿੱਚ ਬੈਠ ਕੇ ਵੀ ਜੁੜਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਛੋਟਾ ਬੱਚਾ ਪਤੰਗ ਨੂੰ ਉਡਾਉਂਦਾ ਹੈ, ਤੇ ਪਤੰਗ ਵੱਲ ਧਿਆਨ ਰੱਖਦਾ, ਡੋਰ ਵੱਲ ਧਿਆਨ ਰੱਖਦਾ। ਕਹਿੰਦੇ ਪੰਜ ਜਨਾ ਸੋ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਪੰਜਾਂ ਨਾਲ ਸੰਗੀਆਂ ਨਾਲ ਗੱਲਾਂ ਵੀ ਕਰਦਾ, ਪਰ ਚਿੱਤ ਉਹਦਾ ਡੋਰੀ ਵਿੱਚ ਹੈ, ਕੋਈ ਕੱਟ ਨਾ ਲਵੇ। ਕਹਿੰਦੇ ਦੁਨੀਆ ਵਿੱਚ ਵਿਚਰਦਿਆਂ ਤੇਰਾ ਮਨ ਪਰਮੇਸ਼ਰ ਨਾਲ ਜੁੜਿਆ ਹੋਵੇ, ਇਹੋ ਹੀ ਜੀਵਨ ਜੁਗਤ ਹੈ, ਤੇ ਇਹੋ ਹੀ ਸਾਧ ਸੰਗਤ ਜੀਓ ਜੀਵਨ ਦਾ ਵੱਡ ਲਾਹਾ ਹੈ।
ਸਦਾ ਸਦਾ ਤੁਮ ਹੀ ਪਤ ਰੱਖੋ। ਸੱਚੇ ਪਾਤਸ਼ਾਹ ਤੁਸੀਂ ਸਾਡੀ ਸਦਾ ਹੀ ਪਤ ਰੱਖਦੇ ਹੋ, ਸਦਾ ਹੀ ਲਾਜ ਰੱਖਦੇ ਹੋ ਪਾਤਸ਼ਾਹ। ਅੰਤਰਜਾਮੀ ਜਾਨ, ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਹੈ। ਜਦੋਂ ਭਾਵ ਬਣਾ ਕੇ ਆਓਗੇ, ਪਾਵਨ ਬਾਣੀ ਦਾ ਬਚਨ ਸਾਧ ਸੰਗਤ, ਜਦੋਂ ਬਾਬਾ ਲੈਣਾ ਜੀ ਅੱਜ ਦੇਵੀਆਂ ਤੇ ਜਾਂਦੇ ਨੇ, ਪਿਤਾ ਵੀ ਦੇਵੀਆਂ ਤੇ ਜਾਂਦੇ ਸਨ, ਪਰ ਜਦੋਂ ਬਾਣੀ ਸੁਣੀ, ਮੈਂ ਸੰਖੇਪ ਵਿੱਚ ਲਵਾਂ, ਬਾਣੀ ਸੁਣੀ ਤੇ ਮਨ ਵਿਰਾਗੀ ਹੋ ਗਿਆ। ਬਾਣੀ ਅਸੀਂ ਵੀ ਬੜੀ ਸੁਣਦੇ ਹਾਂ, ਪਰ ਸਾਡਾ ਮਨ ਪਤੀਜਦਾ ਨਹੀਂ, ਸਾਡਾ ਮਨ ਪਿਆਰ ਵਿੱਚ ਨਹੀਂ ਆਉਂਦਾ। ਬਾਬਾ ਲੈਣਾ ਜੀ ਨੇ ਪਹਿਲੀ ਵਾਰੀ ਬਾਣੀ ਸੁਣੀ, ਤੇ ਜਦੋਂ ਬਾਣੀ ਸੁਣੀ ਤੇ ਮਨ ਵਿੱਚ ਐਸਾ ਸੰਤੋਖ, ਐਸਾ ਸਹਿਜ ਆਇਆ, ਐਸਾ ਆਨੰਦ ਆਇਆ, ਤੇ ਮਨ ਵਿੱਚ ਵਿਚਾਰ ਕੀਤੀ, ਐਸਾ ਆਨੰਦ ਕਦੇ ਬਣਿਆ ਹੀ ਨਹੀਂ। ਜਿਸ ਗੁਰੂ ਦੀ ਬਾਣੀ ਇੰਨੀ ਮਿੱਠੀ ਹੈ, ਉਹ ਗੁਰੂ ਕਿੰਨਾ ਕੁ ਮਿੱਠਾ ਹੋਵੇਗਾ। ਮਨ ਵਿੱਚ ਧਾਰ ਲਿਆ, ਹੁਣ ਗੁਰੂ ਨਾਨਕ ਨੂੰ ਮਿਲਣਾ ਹੈ। ਹਰ ਸਾਲ ਜਥਾ ਜਾਂਦਾ ਸੀ, ਇਸ ਸਾਲ ਵੀ ਜਥੇ ਵਿੱਚ ਗਏ ਨੇ, ਪਰ ਮਨ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੇ। ਮੈਂ ਬੇਨਤੀ ਕਰਾਂ, ਘਰੋਂ ਚੱਲੋਗੇ ਨਾ ਭਾਵ ਬਣਾ ਕੇ, ਪਿਆਰ ਵਿੱਚ ਚੱਲੋਗੇ, ਗੁਰੂ ਨਾਨਕ ਘਰੋਂ ਲੈਣ ਆਉਣਗੇ। ਆਖੋ ਸਤਨਾਮ। ਬਾਬਾ ਲੈਣਾ ਜੀ ਆਏ ਤੇ ਗੁਰੂ ਨਾਨਕ ਸਾਹਿਬ ਆਪ ਤੁਰ ਕੇ ਆਏ ਨੇ। ਬਾਬਾ ਲੈਣਾ ਜੀ ਘੋੜੀ ਤੇ ਬੈਠੇ ਨੇ ਤੇ ਗੁਰੂ ਨਾਨਕ ਸਾਹਿਬ ਆਪ ਲੈ ਕੇ ਗਏ ਨੇ। ਇਹ ਪਿਆਰ ਦੀ ਗੱਲ ਹੈ, ਭਾਵ ਦੀ ਗੱਲ ਹੈ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਪਿਛਲੇ ਦਿਨਾਂ ਵਿੱਚ ਪ੍ਰਕਾਸ਼ ਦਿਹਾੜਾ ਆਪ ਸਮੂਹ ਸੰਗਤ ਨੇ ਬੜੇ ਪਿਆਰ ਨਾਲ ਮਨਾਇਆ। ਕਹਿੰਦੇ ਨੇ ਮਾਤਾ ਭਾਗਪਰੀ ਦਾ ਇਤਿਹਾਸਕਾਰ ਜਿਗਰ ਲਿਖਦੇ ਨੇ ਕਿ ਮਾਤਾ ਭਾਗਪਰੀ ਸ੍ਰੀਨਗਰ ਦੀ ਧਰਤੀ ਤੇ ਚੇਤੇ ਕਰਦੀ ਹੈ। ਜਦੋਂ ਭਾਵ ਬਣਾਇਆ ਤੇ ਗੁਰੂ ਸਾਹਿਬ ਜੀ ਸਾਨੂੰ ਹਰ ਜਗ੍ਹਾ ਤੇ ਦਰਸ਼ਨ ਦਿੰਦੇ ਨੇ। ਹਜੂਰ ਕਹਿੰਦੇ ਅੰਤਰਜਾਮੀ ਜਾਣ। ਮੈਂ ਗੱਲ ਤਾਂ ਕੀਤੀ, ਉਹ ਪਰਮੇਸ਼ਰ ਅੰਤਰਜਾਮੀ ਹੈ, ਉਹ ਸਾਰਿਆਂ ਦੇ ਦਿਲਾਂ ਦੀ ਜਾਣਦਾ। ਮਾਤਾ ਭਾਗਪਰੀ ਦੇ ਮਨ ਵਿੱਚ ਸਰਦਾ ਭਾਵਨਾ ਤੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਅਕਾਲ ਤਖਤ ਦੇ ਸਿਰਜਣਹਾਰ, ਬੰਦੀ ਛੋੜ ਦਾਤਾਰ, ਤੁਸੀਂ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਹੋ, ਮੈਂ ਦੂਰ ਬੜੀ ਬੈਠੀ ਆ ਨਹੀਂ ਸਕਦੀ, ਕਿਰਪਾ ਕਰਕੇ ਤੁਸੀਂ ਦਰਸ਼ਨ ਦੇ ਦਿਓ। ਇਹ ਭਾਵ ਦੀ ਗੱਲ ਹੈ। ਕਹਿੰਦੇ ਨੇ ਸਾਧ ਸੰਗਤ ਜੀ, ਮਾਤਾ ਭਾਗਪਰੀ ਨੇ ਆਪਣੇ ਹੱਥਾਂ ਨਾਲ ਬਸਤਰ ਸਤਿਗੁਰੂ ਲਈ ਤਿਆਰ ਕੀਤੇ ਨੇ। ਰੋਜ਼ ਤਿਆਰ ਕਰਦੀ ਹੈ, ਵੈਰਾਗ ਵਿੱਚ ਸਤਿਗੁਰੂ ਦੇ ਲਈ ਪਿਆਰ ਵਿੱਚ ਭਿੱਜ ਕਰਕੇ ਸਿਮਰਨ ਕਰਦੀ ਹੈ। ਸਮਾਂ ਲੰਘ ਗਿਆ, ਕਹਿੰਦੇ ਨੇ ਇੱਕ ਪੁੱਤਰ ਹੈ, ਬਚਨ ਕੀਤੇ ਮਾਂ ਜੀ ਸਤਿਗੁਰੂ ਨਹੀਂ ਆਉਣਗੇ। ਕਈ ਸਾਲ ਬੀਤੇ ਨੇ, ਸਤਿਗੁਰੂ ਨਹੀਂ ਆਉਣਗੇ, ਕਿਉਂਕਿ ਬਹੁਤ ਲੰਬਾ ਪੈਂਡਾ ਹੈ। ਕਸ਼ਮੀਰ, ਪੰਜਾਬ ਤੋਂ ਕਸ਼ਮੀਰ, ਕਸ਼ਮੀਰ ਤੋਂ ਸ੍ਰੀਨਗਰ, ਨਗਰ ਵਾਲਿਆਂ ਨੇ ਵੀ ਸਮਝਾਇਆ ਮਾਤਾ ਜੀ ਸਤਿਗੁਰੂ ਨਹੀਂ ਆਉਣਗੇ, ਬਹੁਤ ਲੰਬਾ ਪੈਂਡਾ ਹੈ, ਤੁਸੀਂ ਜੋ ਬਸਤਰ ਤਿਆਰ ਕੀਤੇ ਨੇ ਸਾਨੂੰ ਦੇ ਦਿਓ, ਅਸੀਂ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਾ ਕਰਕੇ ਗੁਰੂ ਸਾਹਿਬ ਨੂੰ ਭੇਟ ਕਰ ਦੇਵਾਂਗੇ। ਪਰ ਇੱਕ ਮਨ ਦਾ ਭਰੋਸਾ ਜਦੋਂ ਦ੍ਰਿੜਤਾ ਬਣ ਜਾਂਦੀ ਹੈ, ਸਾਧ ਸੰਗਤ ਜੀ, ਪਾਵਨ ਬਾਣੀ ਦਾ ਬਚਨ ਹੈ ਕਿ ਮਾਰੈ ਰਾਖੈ ਏਕੋ ਸੋਏ। ਜਦੋਂ ਇਹ ਦ੍ਰਿੜ ਨਿਸ਼ਚਾ ਹੋ ਗਿਆ, ਜਦੋਂ ਇਹ ਭਰੋਸਾ ਹੋ ਗਿਆ ਕਿ ਮਾਰਨ ਵਾਲਾ ਵੀ ਪਰਮੇਸ਼ਰ ਹੈ ਤੇ ਬਚਾਉਣ ਵਾਲਾ ਵੀ ਪਰਮੇਸ਼ਰ ਹੈ, ਜਿੰਨਾ ਚਿਰ ਇਹ ਦ੍ਰਿੜ ਨਿਸ਼ਚਾ ਨਹੀਂ ਬਣਦਾ ਉਹਨਾਂ ਚਿਰ ਕਿਰਪਾ ਨਹੀਂ। ਭਗਤ ਪ੍ਰਹਿਲਾਦ ਨੂੰ ਇਹ ਦ੍ਰਿੜ ਨਿਸ਼ਚਾ ਹੋ ਗਿਆ ਕਿ ਮੇਰਾ ਪਿਤਾ ਮਾਰਨ ਵਾਲਾ ਨਹੀਂ, ਭਾਵੇਂ ਰਾਜਾ ਹੈ, ਪਿਤਾ ਮੇਰਾ ਬਲਵਾਨ ਹੈ, ਪਰ ਜੇ ਪਰਮੇਸ਼ਰ ਬਚਾਉਣ ਵਾਲਾ ਤੇ ਕੋਈ ਮਾਰ ਨਹੀਂ ਸਕਦਾ, ਜੇ ਪਰਮੇਸ਼ਰ ਰੱਖਣ ਵਾਲਾ ਤੇ ਕੋਈ ਮਾਰ ਨਹੀਂ ਸਕਦਾ, ਜੇ ਪਰਮੇਸ਼ਰ ਮਾਰਨ ਵਾਲਾ ਤੇ ਕੋਈ ਬਚਾ ਨਹੀਂ ਸਕਦਾ। ਭਾਵ ਇਹ ਦ੍ਰਿੜ ਨਿਸ਼ਚਾ ਜਦੋਂ ਹੋ ਜਾਂਦਾ ਤੇ ਗੁਰੂ ਕਿਰਪਾ ਕਰ ਦਿੰਦਾ ਹੈ। ਮਾਤਾ ਭਾਗਪਰੀ ਦੇ ਮਨ ਵਿੱਚ ਸਰਦਾ ਭਾਵਨਾ ਤੇ ਦ੍ਰਿੜ ਨਿਸ਼ਚਾ ਹੈ। ਮੈਂ ਸੁਣਿਆ ਗੁਰੂ ਨਾਨਕ ਸਾਰਿਆਂ ਦੀ ਸੁਣਦਾ ਤੇ ਅੱਜ ਮੇਰੀ ਵੀ ਸੁਣੇਗਾ। ਆਖੋ ਸਤਨਾਮ। ਸਮਾਂ ਲੰਘ ਗਿਆ, ਕਹਿੰਦੇ ਮਾਤਾ ਜੀ ਦੀ ਬਿਰਧ ਅਵਸਥਾ ਹੋ ਗਈ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਤਾਪ ਗ੍ਰੰਥ ਵਿੱਚ ਲਿਖਦੇ ਨੇ ਕਿ ਅੱਖਾਂ ਤੋਂ ਦੇਖਣਾ ਵੀ ਘੱਟ ਹੋ ਗਿਆ ਤੇ ਹੁਣ ਤੁਰਿਆ ਵੀ ਨਹੀਂ ਜਾਂਦਾ। ਜ਼ਿੰਦਗੀ ਦਾ ਸਮਾਂ, ਜ਼ਿੰਦਗੀ ਦਾ ਸਫ਼ਰ ਨੇੜੇ ਆ ਰਿਹਾ ਹੈ। ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਦਿਆਲੂ ਨੇ, ਅੰਤਰਜਾਮੀ ਸਤਿਗੁਰ ਨੇ। ਬਾਣੀ ਦੇ ਅੰਦਰ ਪੜਿਆ ਅੱਜ ਦੇ ਹੁਕਮਨਾਮੇ ਰਾਹੀਂ ਮਹਾਰਾਜ ਕਹਿੰਦੇ ਅੰਤਰਜਾਮੀ ਜਾਣ, ਉਹ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ ਮਾਤਾ ਗੰਗਾ ਜੀ ਨੂੰ ਕਿ ਤੁਸੀਂ ਆਗਿਆ ਦਿਓ, ਵਿਸ਼ੇਸ਼ ਭਾਵ ਦੌਰੇ ਤੇ ਜਾਣਾ ਕਿ ਮਾਤਾ ਭਾਗਪਰੀ ਜੀ ਸਾਨੂੰ ਚੇਤੇ ਕਰਦੇ ਨੇ, ਉਹਨਾਂ ਨੂੰ ਦਰਸ਼ਨ ਵੇ ਦੇਣ ਵਾਸਤੇ ਸ੍ਰੀਨਗਰ ਜਾਣਾ। ਸਿੰਘ ਨਾਲ ਚੱਲੇ ਨੇ,
ਪੈਂਡਾ ਦਰ ਪੈਂਡਾ ਕਹਿੰਦੇ ਨੇ ਸਾਧ ਸੰਗਤ ਜੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਭਾਗਪਰੀ ਦੇ ਘਰ ਪਹੁੰਚੇ ਨੇ, ਕੋੜਿਆਂ ਦੀ ਖੜਾਕ ਸੁਣ ਕੇ ਜਦੋਂ ਬੇਟੇ ਨੇ ਦਰਵਾਜ਼ਾ ਖੋਲਿਆ ਤੇ ਕੀ ਦੇਖਦਾ, ਗੁਰੂ ਹਰਗੋਬਿੰਦ ਸਾਹਿਬ ਖੜੇ ਨੇ। ਵਿਸ਼ਵਾਸ ਨਹੀਂ ਸੀ, ਮਾਂ ਨੂੰ ਭਰੋਸਾ ਸੀ ਪਰ ਪੁੱਤਰ ਨੂੰ ਭਰੋਸਾ ਨਹੀਂ ਸੀ। ਪੁੱਤਰ ਦੇ ਮਨ ਵਿੱਚ ਸੀ ਸਤਿਗੁਰ ਨਹੀਂ ਆਉਣਗੇ, ਕਿਉਂਕਿ ਮਾਤਾ ਦੀ ਬਿਰਧ ਅਵਸਥਾ ਹੋ ਗਈ, ਕੁਝ ਸਮਾਂ ਮਾਂ ਦਾ ਬਾਕੀ ਹੈ, ਮਾਂ ਨੇ ਚਲੇ ਜਾਣਾ, ਪਰ ਪੁੱਤਰ ਨੂੰ ਭਰੋਸਾ ਨਹੀਂ ਸੀ। ਅੱਜ ਸਤਿਗੁਰੂ ਸਾਹਮਣੇ ਆ ਖਲੋਤੇ ਨੇ, ਚਰਨਾਂ ਤੇ ਟਹਿ ਪਿਆ, ਵਿਰਾਗੀ ਹੋ ਗਿਆ। ਕਹਿੰਦੇ ਮਹਾਰਾਜ ਤੁਸੀਂ ਇੰਨੇ ਦਿਆਲੂ ਹੋ, ਦਰਸ਼ਨ ਦਿੱਤੇ ਨੇ। ਮਹਾਰਾਜ ਨੂੰ ਘਰ ਵਿੱਚ ਲਿਆਂਦਾ, ਪਲੰਗੇ ਤੇ ਬਿਠਾਇਆ, ਸਤਿਗੁਰੂ ਦਾ ਸਨਮਾਨ ਕੀਤਾ। ਉਧਰ ਮਾਤਾ ਜੀ ਦੂਜੇ ਕਮਰੇ ਵਿੱਚ ਬੈਠੇ ਜਾ ਕੇ ਬਚਨ ਕੀਤਾ, ਮਾਂ ਅੱਜ ਤੇਰੀ ਅਰਦਾਸ ਪੂਰੀ ਹੋਈ ਹੈ। ਕਹਿੰਦੇ ਕੀ ਹੋਇਆ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਘਰ ਵਿੱਚ ਪਹੁੰਚ ਗਏ ਨੇ। ਆਖੋ ਸਤਨਾਮ। ਜਦੋਂ ਮਾਂ ਨੇ ਬਚਨ ਸੁਣੇ ਤੇ ਉਸ ਸਮੇਂ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਤੁਸੀਂ ਅੰਤਰਜਾਮੀ ਹੋ, ਮੇਰੇ ਦਿਲ ਦੀ ਜਾਣਗੇ, ਸਮਾਂ ਨੇੜੇ ਹੀ ਹੈ ਜ਼ਿੰਦਗੀ ਦਾ, ਤੁਸੀਂ ਦਰਸ਼ਨ ਦਿੱਤੇ। ਪੁੱਤਰ ਨੇ ਫੜ ਕਰਕੇ, ਕਿਉਂਕਿ ਚੱਲਿਆ ਨਹੀਂ ਜਾਂਦਾ ਸੀ, ਪੁੱਤਰ ਨੇ ਫੜ ਕਰਕੇ ਗੁਰੂ ਹਰਗੋਬਿੰਦ ਸਾਹਿਬ ਕੋਲ ਲਿਆਂਦਾ ਤੇ ਕਹਿੰਦੇ ਜਿਨ੍ਹਾਂ ਅੱਖਾਂ ਤੋਂ ਦੇਖਣਾ ਘੱਟ ਹੋ ਗਿਆ ਸੀ ਉਹਨਾਂ ਅੱਖਾਂ ਤੋਂ ਦਿਖਣ ਲੱਗ ਪਿਆ। ਆਖੋ ਸਤਨਾਮ। ਦਰਸ਼ਨ ਕੀਤੇ, ਨਿਹਾਲੋ ਨਿਹਾਲ ਹੋ ਗਈ ਸਾਧ ਸੰਗਤ ਜੀ। ਤੇ ਸਤਿਗੁਰੂ ਦੇ ਦਰਸ਼ਨ ਕਰਕੇ ਲੋਕ ਤੇ ਪਰਲੋਕ ਸੁਹੇਲਾ ਹੋ ਗਿਆ। ਮਹਾਰਾਜ ਨੇ ਸੁਖ ਸ਼ਾਂਤ ਪੁੱਛੀ ਹੈ ਤੇ ਮਾਤਾ ਭਾਗ ਪਰੀ ਨੇ ਬਚਨ ਕੀਤੇ ਕਿ ਜੈਸਾ ਬਾਲਕ ਪਾਏ ਸੁਪਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੈ, ਮਾਰਗ ਪਾਵੇ। ਕਹਿੰਦੇ ਸਤਿਗੁਰੂ ਜੀ ਤੁਸੀਂ ਸਾਰਿਆਂ ਦੇ ਦਿਲਾਂ ਦੀ ਜਾਣ ਦੋ, ਮੇਰੇ ਦਿਲ ਦੀ ਜਾਣ ਕੇ ਇੱਥੇ ਪਹੁੰਚੇ ਹੋ। ਮੈਂ ਅਪਰਾਧੀ ਹਾਂ, ਅਵਗੁਣਹਾਰ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ। ਸਤਿਗੁਰੂ ਨੇ ਕਿਰਪਾ ਕਰ ਦਿੱਤੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ, ਅੰਤਰਜਾਮੀ ਸਨ। ਮਹਾਰਾਜ ਕਹਿੰਦੇ ਮਾਤਾ ਜੀ ਜਿਹੜੇ ਵਸਤਰ ਤਿਆਰ ਕੀਤੇ ਨੇ ਲਿਆਓ, ਅਸੀਂ ਉਹਨਾਂ ਵਸਤਰਾਂ ਨੂੰ ਪਹਿਨੀਏ। ਮਾਤਾ ਜੀ ਨੇ ਵਸਤਰ ਮੰਗਵਾਏ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਤਾ ਜੀ ਦੇ ਸਨਮੁਖ ਉਹ ਵਸਤਰ ਪਹਿਨੇ ਨੇ ਤੇ ਸਤਿਗੁਰੂ ਨੇ ਨਿਹਾਲੋ ਨਿਹਾਲ ਕਰ ਦਿੱਤਾ। ਹਜੂਰ ਕਹਿੰਦੇ ਅੰਤਰਜਾਮੀ ਜਾਨ। ਜਦੋਂ ਅਸੀਂ ਪਾਉ ਬਣਾ ਕੇ ਆਵਾਂਗੇ, ਹਲ ਸਾਧ ਸੰਗਤ ਜੀ, ਚਰਨ ਸਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਉਹ ਗੁਰੂ ਨਾਨਕ ਸਾਹਿਬ ਜੀ ਐਸੇ ਦਿਆਲੂ ਨੇ, ਘਰ ਤੋਂ ਲੈਣ ਵਾਸਤੇ ਆ ਜਾਣਗੇ। ਗੁਰੂ ਕੇ ਸਿੱਖਾ ਤੂੰ ਦਰਸ਼ਨ ਕਰਨ ਆ ਰਿਹਾ, ਆ ਮੈਂ ਤੈਨੂੰ ਲੈ ਕੇ ਜਾਵਾਂ। ਬਸ ਪਾਉ ਬਣਾਇਓ, ਪਿਆਰ ਗੁਰੂ ਨਾਲ ਪੈ ਜੇ। ਸਾਧ ਸੰਗਤ ਜੀ ਭਾਈ ਗੁਰਦਾਸ ਜੀ ਦਾ ਬਚਨ ਹੈ, ਗੋਬਿੰਦ ਪਾਉ ਭਗਤ ਦਾ ਭੁੱਖਾ। ਪਰਮੇਸ਼ਰ ਜਿਹੜਾ ਉਹ ਪਿਆਰ ਦਾ ਭੁੱਖਾ ਹੈ। ਹਜੂਰ ਕਹਿੰਦੇ ਨੇ ਜਿਨ ਸੰਤਨ ਜਾਣਿਆ, ਤੂੰ ਠਾਕੁਰ ਤੇ ਆਏ ਪਰਵਾਨ। ਹੁਣ ਸੰਸਾਰ ਤੇ ਆਉਣਾ ਸਫਲਾ ਕਿੰਨਾ ਦਾ ਹੈ? ਸੰਸਾਰ ਤੇ ਬੜੀ ਤਾਦਾਦ ਵਿੱਚ ਲੋਕ ਆਂਦੇ ਨੇ, ਸੰਸਾਰ ਤੋਂ ਚਲੇ ਜਾਂਦੇ ਨੇ, ਪਰ ਸੰਸਾਰ ਤੇ ਆਉਣਾ ਉਹਨਾਂ ਦਾ ਸਫਲਾ। ਅੱਜ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਭਾਈ ਕਿ ਸੰਸਾਰ ਤੇ ਆਉਣਾ ਉਹਨਾਂ ਦਾ ਸਫਲਾ ਹੈ ਜਿਨ੍ਹਾਂ ਦਾ ਪਿਆਰ ਸਤਿਗੁਰੂ ਨਾਲ ਬਣ ਆਇਆ। ਆਖੋ ਸਤਨਾਮ। ਜਿਨ੍ਹਾਂ ਦਾ ਪਿਆਰ, ਜਿਨ੍ਹਾਂ ਦਾ ਸੱਚਾ ਪਿਆਰ ਸਤਿਗੁਰੂ ਦੇ ਨਾਲ ਬਣ ਆਇਆ। ਹਜੂਰ ਕਹਿੰਦੇ ਇਹ ਮਨੁੱਖਾ ਜਨਮ ਉਹਨਾਂ ਦਾ ਸਫਲਾ ਹੋ ਗਿਆ। ਸਾਧ ਸੰਗਤ ਜੀ ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ, ਮੈਂ ਆਪ ਜੀ ਨਾਲ ਬੇਨਤੀ ਕਰ ਦਵਾਂ, ਬਾਣੀ ਐਸੇ ਠਹਿਰਾਓ ਵਿੱਚ ਪੜਿਆ ਕਰੋ, ਬਾਣੀ ਐਸੇ ਆਨੰਦ ਵਿੱਚ ਪੜਿਆ ਕਰੋ ਤੇ ਯਤਨ ਕਰਿਆ ਕਰੋ ਬਾਣੀ ਸੁਧ ਪੜੀਏ। ਕਿਉਂਕਿ ਜਦੋਂ ਬਾਣੀ ਪੜਾਂਗੇ, ਸੁਧ ਪੜਾਂਗੇ ਤੇ ਸਤਿਗੁਰ ਨਾਲ ਪਿਆਰ ਪੈ ਜਾਏਗਾ। ਅੱਜ ਅਸੀਂ ਬਾਣੀ ਬੜੀ ਪੜ੍ਹਦੇ ਹਾਂ, ਕਥਾ ਬੜੀ ਸੁਣਦੇ ਹਾਂ, ਕੀਰਤਨ ਬੜਾ ਸੁਣਦੇ ਹਾਂ, ਪਰ ਜਿਸ ਦਿਨ ਸਤਿਗੁਰ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਵਾਂਗੇ, ਉਸ ਦਿਨ ਜੀਵਨ ਜੁਗਤ ਸਤਿਗੁਰੂ ਬਖਸ਼ਿਸ਼ ਕਰ ਦੇਣਗੇ। ਉਸ ਦਿਨ ਜੀਵਨ ਜੁਗਤ ਪ੍ਰਾਪਤ ਹੋ ਜਾਵੇਗੀ, ਉਸ ਦਿਨ ਜੀਵਨ ਦੀ ਸੋਝੀ ਪ੍ਰਾਪਤ ਹੋ ਜਾਵੇਗੀ। ਹਜੂਰ ਕਹਿੰਦੇ ਤੇ ਆਏ ਪ੍ਰਵਾਨ। ਕਹਿੰਦੇ ਉਹਨਾਂ ਦਾ ਆਉਣਾ ਸਫਲਾ ਹੈ ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਨੂੰ ਪਾ ਲਿਆ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ। ਹਜੂਰ ਕਹਿੰਦੇ ਜਨ ਕਾ ਸੰਗ ਵਡ ਭਾਗੀ ਪਾਈਐ। ਹੁਣ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਕੀ ਸੰਗਤ ਵਿੱਚ ਬੈਠੇ ਹੋ। ਬਾਣੀ ਜਪਜੀ ਸਾਹਿਬ ਦੀ ਗੱਲ ਕਰਦਾ ਵਾਂ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਆਗਮਨ ਪੁਰਬ ਪਿਛਲੇ ਦਿਨਾਂ ਵਿੱਚ ਲੰਘਿਆ। ਅਸੀਂ ਬਾਣੀ ਬਹੁਤ ਪੜ੍ਹਦੇ ਹਾਂ,
ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਬੈਠੇ ਨੇ। ਮਹਾਰਾਜ ਨੇ ਬਚਨ ਕੀਤਾ ਹੈ ਕੋਈ ਗੁਰੂ ਕਾ ਸਿੱਖ ਜਿਹੜਾ ਸੁੱਧ ਜਪਜੀ ਸਾਹਿਬ ਦਾ ਪਾਠ ਸੁਣਾਵੇ। ਇੱਕ ਜਪਜੀ ਸਾਹਿਬ ਦੀ ਗੱਲ ਕੀਤੀ। ਸਾਧ ਸੰਗਤ ਜੀ, ਅਸੀਂ ਬਾਣੀ ਬਹੁਤ ਪੜ੍ਹਦੇ ਹਾਂ। ਮਹਾਰਾਜ ਨੇ ਬਚਨ ਕੀਤੇ ਹੈ ਕੋਈ ਗੁਰੂ ਕਾ ਸਿੱਖ ਜਿਹੜਾ ਸੁੱਧ ਲਗਾ ਮਾਤਰਾ ਲਗਾ ਕਰਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ। ਤੇ ਜਿਹੜਾ ਸੁੱਧ ਪਾਠ ਸੁਣਾਵੇਗਾ ਮਹਾਰਾਜ ਕਹਿੰਦੇ ਉਹਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਜਪਜੀ ਸਾਹਿਬ, ਜਪਜੀ ਸਾਹਿਬ ਦੀ ਏਡੀ ਵੱਡੀ ਮਹਿਮਾ ਹੈ। ਅਸੀਂ ਦੁਨਿਆਵੀ ਪਦਾਰਥ ਤੇ ਤੁੱਛ ਨੇ। ਮਹਾਰਾਜ ਕਹਿੰਦੇ ਲੋਕ ਤੇ ਪਰਲੋਕ ਦਾ ਸੁੱਖ ਜਪਜੀ ਸਾਹਿਬ ਵਿੱਚ ਹੈ। ਭਾਈ ਗੋਪਾਲਾ ਜੀ ਉੱਠੇ, ਅਸੀਂ ਸਾਖੀ ਬੜੀ ਵਾਰੀ ਸੁਣੀ ਹੋਵੇਗੀ। ਭਾਈ ਗੋਪਾਲਾ ਜੀ ਉੱਠੇ, ਬੇਨਤੀ ਕੀਤੀ ਪਾਤਸ਼ਾਹ ਮੇਰੇ ਅੰਦਰ ਐਸੀ ਕੋਈ ਸੋਝੀ ਨਹੀਂ, ਮੇਰੇ ਅੰਦਰ ਐਸੀ ਕੋਈ ਪਾਤਸ਼ਾਹ ਇਹ ਕਿਰਪਾ ਨਹੀਂ, ਤੁਸੀਂ ਕਿਰਪਾ ਕਰੋਗੇ ਰਹਿਮਤ ਕਰੋਗੇ ਤਾਂ ਮੈਂ ਇਹ ਪਾਠ ਸੁਣਾ ਸਕਦਾ ਤੇ ਤੁਸੀਂ ਕਿਰਪਾ ਕਰਕੇ ਇਹ ਪਾਠ ਆਪ ਸੁਣ ਲਓ। ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ। ਕਹਿੰਦੇ ਜਦੋਂ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ। ਜਦੋਂ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ, ਸੁਣਿਆ ਸਿੱਧ ਪੀਰ ਸੁਰਨਾਥ ਮੰਨੇ ਕੀ ਗਤ ਕਹੀ ਨਾ ਜਾਏ ਪੰਜ ਪ੍ਰਮਾਣ ਪੰਜ ਪ੍ਰਧਾਨ। ਅਖੀਰਲੇ ਪੌੜੀ ਤੇ ਜਦੋਂ ਪਾਠ ਆਇਆ, ਅੱਜ ਤੁਸੀਂ ਸਾਰੇ ਪਾਠ ਕਰਦੇ ਹੋ ਨਾ, ਕਿੱਡਾ ਕੁ ਵੱਡਾ ਮਹੱਤਵ ਹੈ ਬਾਣੀ ਪੜ੍ਹਨ ਦਾ। ਹਜੂਰ ਨੇ ਜਦੋਂ ਸਮਾਪਤੀ ਵੱਲ ਜਪਜੀ ਸਾਹਿਬ ਦਾ ਪਾਠ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮਨ ਵਿੱਚ ਇਹ ਵਿਚਾਰ ਆਈ ਕਿ ਇਸ ਬਾਣੀ ਦੇ ਬਰਾਬਰ ਤੁਲ ਹੋਰ ਸੰਸਾਰ ਦੀ ਕੋਈ ਵਸਤੂ ਨਹੀਂ। ਆਖੋ ਸਤਨਾਮ। ਮਹਾਰਾਜ ਨੇ ਇਹ ਵਿਚਾਰ ਕੀਤੀ ਕਿ ਦੁਨੀਆ ਦੀਆਂ ਸਾਰੇ ਜਿਹੜੇ ਪਦਾਰਥ ਨੇ ਇਸ ਜਪਜੀ ਸਾਹਿਬ ਦੇ ਤੁਲ ਨਹੀਂ ਹੋ ਸਕਦੇ। ਅਸੀਂ ਵਿਚਾਰ ਸੁਣਦੇ ਹਾਂ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਿਚਾਰ ਕੀਤੀ ਕਿ ਹੁਣ ਇਹਨੂੰ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਾਇਆ ਜਾਏ। ਪਰ ਇਹਨੇ ਵਿਚਾਰ ਕਰਦੇ ਭਾਈ ਗੋਪਾਲੇ ਦੇ ਮਨ ਵਿੱਚ ਵਿਚਾਰ ਆਈ ਕਿ ਕਿਤੇ ਸੱਚੇ ਪਾਤਸ਼ਾਹ ਜੋ ਘੋੜਾ ਸਤਿਗੁਰ ਦੇ ਦਰਬਾਰ ਵਿੱਚ ਹੈ, ਜੋ ਸਤਿਗੁਰ ਕੋਲ ਬਹੁਤ ਸੋਹਣਾ ਘੋੜਾ ਹੈ ਜਿਸ ਦੇ ਚਾਂਦੀ ਦੀ ਕਾਠੀ ਪਾਈ ਹੈ, ਉਹੀ ਕਿਤੇ ਮਹਾਰਾਜ ਮੇਰੇ ਤੇ ਕਿਰਪਾ ਕਰ ਦੇਣ। ਭਾਵ ਦੁਨਿਆਵੀ ਪਦਾਰਥ ਦੀ ਮਨ ਵਿੱਚ ਸਾਧ ਸੰਗਤ ਜੀ ਸੋਚ ਪੈਦਾ ਹੋ ਗਈ। ਕਹਿੰਦੇ ਨੇ ਜਪਜੀ ਸਾਹਿਬ ਦੀ ਸਮਾਪਤੀ ਹੋਈ ਤੇ ਮਹਾਰਾਜ ਨੇ ਬਚਨ ਕੀਤੇ ਗੁਰੂ ਕੇ ਸਿੱਖਾ ਜੀ ਤੇ ਤੈਨੂੰ ਅਸੀਂ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਾਉਣ ਲੱਗੇ ਸਾਂ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ ਲਿਆਓ ਘੋੜਾ ਲਿਆਓ। ਘੋੜਾ ਬਖਸ਼ਿਸ਼ ਕੀਤਾ, ਨਦਰੋਂ ਨਦਰ ਨਿਹਾਲ ਕਰ ਦਿੱਤਾ। ਇੱਕ ਜਪਜੀ ਸਾਹਿਬ ਦੀ ਏਡੀ ਵੱਡੀ ਮਾਨਤਾ ਹੈ। ਅਸੀਂ ਤੇ ਬਾਣੀ ਬੜੀ ਪੜ੍ਹਦੇ ਹਾਂ। ਸਤਿਗੁਰ ਦਾ ਬਚਨ ਆਉਂਦਾ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਕਹਿੰਦੇ ਦੁਨੀਆ ਵਿੱਚ ਕਰੋੜਾਂ ਦੀ ਤਾਦਾਦ ਵਿੱਚ ਸਤਿਗੁਰ ਨੂੰ ਦੇਖਦੇ ਰਹੋ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਹਜੂਰ ਕਹਿੰਦੇ ਡਿਠੈ ਮੁਕਤ ਨਾ ਹੋਵਈ, ਡਿਠੈ ਮੁਕਤ ਨਾ ਹੋਵਈ। ਕਰੋ ਕਿਰਪਾ ਸਾਰੀ ਸਾਧ ਸੰਗਤ ਜੀ, ਲਓ ਲਾਹਾ। ਡਿਠੈ ਮੁਕਤ ਨਾ ਹੋਵਈ, ਡਿਠੈ ਮੁਕਤ ਨਾ ਹੋਵਈ। ਜਿਚਰ ਸ਼ਬਦ ਨਾ ਕਰੇ ਵਿਚਾਰ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਿਚਰ ਸ਼ਬਦ ਨਾ ਕਰੇ ਵਿਚਾਰ, ਜਿਚਰ ਸ਼ਬਦ ਨਾ ਕਰੇ ਵਿਚਾਰ। ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ। ਇਹ ਬਹੁਤ ਵੱਡਾ ਸਤਿਗੁਰ ਨੇ ਸਾਨੂੰ ਜਹਾਜ਼ ਬਖਸ਼ਿਸ਼ ਕੀਤਾ, ਨਾਮ ਬਾਣੀ ਦਾ ਜਹਾਜ਼। ਅਸੀਂ ਪੜ੍ਹਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ। ਸਾਧ ਸੰਗਤ ਜੀ ਬਾਣੀ ਪੜ੍ਹਨੀ ਮੁਬਾਰਕ ਹੈ, ਕੀਰਤਨ ਕਰਨਾ ਮੁਬਾਰਕ ਹੈ, ਕਥਾ ਸੁਣਨੀ ਕਰਨੀ ਮੁਬਾਰਕ ਹੈ। ਪਰ ਜਿੰਨਾ ਚਿਰ ਸ਼ਬਦ ਨੂੰ ਵਿਚਾਰਾਂਗੇ ਨਹੀਂ, ਜਿੰਨਾ ਚਿਰ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਵਾਂਗੇ, ਜਿੰਨਾ ਚਿਰ ਸ਼ਬਦ ਨੂੰ ਕਮਾਵਾਂਗੇ ਨਹੀਂ। ਆ ਜਿੰਨਾ ਸਤਿਗੁਰਾਂ ਦਾ ਜੀਵਨ ਇਹ ਕਮਾਇਆ ਸਤਿਗੁਰ ਨੇ। ਤੇ ਸਾਨੂੰ ਇਹ ਮਹਾਰਾਜ ਨੇ ਸਾਰੇ ਸੰਸਾਰ ਨੂੰ ਇਹ ਸੋਝੀ ਗਿਆਨ ਬਖਸ਼ਿਸ਼ ਕੀਤਾ ਕਿ ਜਿੰਨਾ ਚਿਰ ਤੂੰ ਸ਼ਬਦ ਨੂੰ ਕਮਾਵੇਂਗਾ ਨਹੀਂ, ਤੈਨੂੰ ਜੀਵਨ ਦਾ ਲਾਹਾ ਪ੍ਰਾਪਤ ਨਹੀਂ ਹੋਵੇਗਾ।
ਸਾਨੂੰ ਦੁਨੀਆ ਦੇ ਸੁੱਖ ਮਿਲਦੇ ਨੇ ਸਾਧ ਸੰਗਤ ਜੀ। ਕੋਈ ਮਾਇਆ ਕਰਕੇ ਸੁੱਖ ਮਾਣਦਾ ਹੈ, ਕੋਈ ਸਾਧ ਸੰਗਤ ਜੋ ਵਿਸ਼ਿਆਂ ਵਿਕਾਰਾਂ ਵਿੱਚ ਸੁੱਖ ਮਾਣਦਾ ਹੈ, ਪਰ ਗੁਰੂ ਅਮਰਦਾਸ ਪਿਤਾ ਜੀ ਦਾ ਬਚਨ ਆਉਂਦਾ ਹੈ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਕਿ ਦੁਨੀਆ ਵਿੱਚ ਆਨੰਦ ਬੜੇ ਨੇ, ਪਰ ਉਹ ਆਨੰਦ ਸਦੀਵੀ ਨਹੀਂ, ਸਦਾ ਥਿਰ ਰਹਿਣ ਵਾਲੇ ਨਹੀਂ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਤੁਸੀਂ ਕਿਰਪਾ ਕਰੋ, ਐਸਾ ਕਿਹੜਾ ਸੁੱਖ ਹੈ ਜਿਹੜਾ ਕਦੇ ਮਿਟਦਾ ਹੀ ਨਹੀਂ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ? ਹਜੂਰ ਕਹਿੰਦੇ, ਜੇ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਕਹਿੰਦੇ ਜੇ ਸਦੀਵੀ ਸੁੱਖ ਚਾਹੀਦਾ, ਜਿਹੜਾ ਕਦੇ ਮਿਟਣ ਵਾਲਾ ਨਹੀਂ, ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ, ਤੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾ। ਤੇ ਸ਼ਰਨ ਆਉਣ ਦਾ ਇਹ ਮਤਲਬ ਨਹੀਂ ਕਿ ਅਸੀਂ ਆਏ ਆ, ਮੱਥਾ ਟੇਕਿਆ ਤੇ ਵਾਪਸ ਚਲੇ ਗਏ। ਸ਼ਰਨ ਆਉਣ ਦਾ ਇਹ ਹੈ ਕਿ ਸਤਿਗੁਰ ਨੂੰ ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈਐ। ਕਿ ਸਤਿਗੁਰੂ ਦੇ ਸਨਮੁਖ ਹੋਏ ਆ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਤਨ ਮਨ ਧਨ ਆਪ ਜੀ ਦਾ, ਤੇ ਕਿਰਪਾ ਕਰੋ ਆਪ ਜੀ ਉਪਦੇਸ਼ ਬਖਸ਼ੋ, ਉਸ ਉਪਦੇਸ਼ ਨੂੰ ਜੀਵਨ ਵਿੱਚ ਕਮਾ ਲਵਾਂ, ਉਸ ਉਪਦੇਸ਼ ਨੂੰ ਜੀਵਨ ਵਿੱਚ ਕਮਾ ਕਰਕੇ ਲਾਹਾ ਪ੍ਰਾਪਤ ਕਰ ਲਵਾਂ। ਹਜੂਰ ਕਹਿੰਦੇ, ਜਨ ਕਾ ਸੰਗ ਵੱਡ ਭਾਗੀ ਪਾਈਐ ਵੱਡ ਭਾਗੀ। ਕਿ ਜਨ ਦਾ ਸੰਗ, ਸਾਧੂਆਂ ਦੀ ਸੰਗਤ, ਪੂਰਨ ਸਾਧੂ ਦੀ ਸੰਗਤ ਬਹੁਤ ਵੱਡੇ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ, ਸਤਿਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਇਸ ਜੀਵਨ ਵਿੱਚ ਹੀ ਤੁਹਾਡੇ ਨਾਲ ਮਿਲ ਜਾਈਏ। ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇਵੇਂ ਮਿਲ ਜਾਈਏ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ। ਗੁਰੂ ਅੱਗੇ ਅਰਦਾਸ ਨਿਤ ਕਰਨੀ ਹੈ। ਸਾਧ ਸੰਗਤ ਜੀ, ਹਜੂਰ ਕਹਿੰਦੇ ਨੇ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਅੱਗੇ ਅਰਦਾਸ, ਸਤਿਗੁਰ ਦਾ ਬੜਾ ਪਿਆਰਾ ਬਚਨ ਮੈਂ ਸਾਂਝਾ ਕਰ ਦਵਾਂ। ਅੱਜ ਸਾਡੇ ਮਨਾਂ ਵਿੱਚ ਸਾਰੀਆਂ ਚਿੰਤਾਵਾਂ ਨੇ। ਜਿੱਥੋਂ ਮੈਂ ਗੱਲ ਆਰੰਭ ਕੀਤੀ ਸੀ ਕਿ ਜੁੜਨ ਦਾ ਤਰੀਕਾ ਜਿਸ ਦਿਨ ਆ ਗਿਆ, ਜਿਸ ਦਿਨ ਅਸੀਂ ਜੁੜ ਗਏ, ਜਿਸ ਦਿਨ ਅਸੀਂ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ, ਤੇ ਮਹਾਰਾਜ ਕਹਿੰਦੇ ਨੇ ਉਸ ਦਿਨ ਗੁਰੂ ਦੀ ਕਿਰਪਾ ਹੋ ਜਾਏਗੀ। ਆਖੋ ਸਤਨਾਮ। ਸਤਿਗੁਰੂ ਦਾ ਸਾਹਿਬ ਦਾ ਬਚਨ ਆਉਂਦਾ ਹੈ, ਗੁਰ ਕਾ ਸ਼ਬਦ ਰਾਖ ਮਨ ਮਾਹੇ। ਆਓ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਫਿਰ ਸਮਾਪਤੀ ਵੱਲ ਚੱਲਾਂਗਾ। ਕਰਿਓ ਕਿਰਪਾ। ਗੁਰ ਕਾ ਸ਼ਬਦ ਰਾਖ ਮਨ ਮਾਹੇ, ਗੁਰ ਕਾ ਸ਼ਬਦ ਰਾਖ ਮਨ ਮਾਹੇ। ਹਾਜ਼ਰੀਆਂ ਲਵਾਇਓ। ਗੁਰ ਕਾ ਸ਼ਬਦ ਰਾਖ ਮਨ ਮਾਹੇ, ਗੁਰ ਕਾ ਸ਼ਬਦ ਰਾਖ ਮਨ ਮਾਹੇ। ਜਦੋਂ ਗੁਰੂ ਕੇ ਸ਼ਬਦ ਨੂੰ ਅੰਤਰ ਵਸਾਵੇਂਗਾ, ਸ਼ਬਦ ਨੂੰ ਚੇਤੇ ਰੱਖੇਗਾ, ਤੇ ਸਤਿਗੁਰ ਦੇ ਬਚਨ ਨੇ, ਨਾਮ ਸਿਮਰ ਚਿੰਤਾ ਸਭ ਜਾਹੇ, ਨਾਮ ਸਿਮਰ ਚਿੰਤਾ ਸਭ ਜਾਹੇ। ਨਾਮ ਸਿਮਰ ਚਿੰਤਾ ਸਭ ਜਾਹੇ, ਨਾਮ ਸਿਮਰ ਚਿੰਤਾ ਸਭ ਜਾਹੇ। ਕਹਿੰਦੇ ਨਾਮ ਵਿੱਚ ਐਸੀ ਤਾਕਤ ਹੈ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ। ਪਰ ਸਾਡੀ ਪ੍ਰੀਤ ਜਿਸ ਦਿਨ ਬਣੇਗੀ ਉਸ ਦਿਨ ਸੁਖ ਮਿਲੇਗਾ। ਨਹੀਂ ਤੇ ਕਹਿਣ ਨੂੰ ਸਾਰੇ ਕਹਿੰਦੇ ਨੇ ਮੇਰਾ ਪਿਆਰ ਬਣਿਆ ਸਤਿਗੁਰੂ ਨਾਲ, ਪਰ ਮਹਾਰਾਜ ਕਹਿੰਦੇ ਜਿਸ ਦਿਨ ਪ੍ਰੀਤ ਬਣੇਗੀ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁਖ ਲਗੈ ਨ ਕੋਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ। ਹਜੂਰ ਕਹਿੰਦੇ ਸਾਰਿਆਂ ਤੋਂ ਉੱਚਾ ਪਰਮੇਸ਼ਰ ਦਾ ਸਿਮਰਨ ਹੈ, ਪਰ ਜਦੋਂ ਸਿਮਰਨ ਨਾਲ ਜੁੜੇਗਾ ਤੇ ਨਾਮ ਸਿਮਰ ਚਿੰਤਾ ਸਭ ਜਾਹੇ। ਅੱਜ ਚਿੰਤਾਵਾਂ ਨੇ ਸਾਨੂੰ, ਕਿਸੇ ਨੂੰ ਪਰਿਵਾਰ ਦੀ ਹੈ, ਕਿਸੇ ਨੂੰ ਮਾਇਆ ਦੀ ਹੈ, ਕਿਸੇ ਨੂੰ ਬੱਚਿਆਂ ਦੀ ਹੈ, ਪਰ ਹਜੂਰ ਕਹਿੰਦੇ ਨਾਮ ਨਾਲ ਜੁੜੇਗਾ, ਤੇਰੀਆਂ ਸਾਰੀਆਂ ਚਿੰਤਾਵਾਂ ਗੁਰੂ ਦੂਰ ਕਰ ਦੇਵੇਗਾ। ਆਖੋ ਸਤਨਾਮ। ਬਸ ਜੁੜਨ ਦਾ ਤਰੀਕਾ ਸਾਨੂੰ ਆ ਜੇ, ਜੁੜਨ ਦੀ ਸਤਿਗੁਰ ਕਿਰਪਾ ਕਰ ਦੇਣ। ਹਜੂਰ ਕਹਿੰਦੇ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਹਜੂਰ ਦਾ ਬਚਨ ਆਉਂਦਾ, ਇਹ ਵੱਡੇ ਭਾਗ ਜਾਗਦੇ ਨੇ ਤੇ ਇਹ ਜੀਵ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ। ਤੇ ਜਿਹੜੀ ਮਾੜੀ ਮਤ ਹੈ, ਵਿਕਾਰਾਂ ਦੀ ਮੈਲ ਹੈ। ਸਾਧ ਸੰਗਤ ਜੀ, ਇੱਕ ਬੇਨਤੀ ਇੱਥੇ ਕਰਦਾ ਜਾਵਾਂ। ਅਸੀਂ ਜਦੋਂ ਕਿਤੇ ਦੁਨੀਆ ਵਿੱਚ ਦੁੱਖ ਆਉਂਦਾ, ਕਿਤੇ ਦੁਨੀਆ ਵਿੱਚ ਵਿਘਨ ਲੱਗਦਾ, ਤੇ ਅਸੀਂ ਕਿਸੇ ਨਾ ਕਿਸੇ ਨੂੰ ਦੋਸ਼ ਜ਼ਰੂਰ ਦਿੰਦੇ ਹਾਂ। ਇਹ ਸੱਚਾਈ ਹੈ। ਕੋਈ ਵੀ ਦੁੱਖ ਆਵੇ, ਕੋਈ ਵੀ ਵਿਘਨ ਆਵੇ, ਅਸੀਂ ਕਿਸੇ ਨਾ ਕਿਸੇ ਨੂੰ ਉਸ ਚੀਜ਼ ਵਿੱਚ ਠਹਿਰਾਉਂਦੇ ਜ਼ਰੂਰ ਹਾਂ।
ਕਿ ਜੇ ਜੀਵਨ ਵਿੱਚ ਦੁੱਖ ਆਇਆ ਤੇ ਕਿਸੇ ਦੇ ਕਰਕੇ ਮਿਲਿਆ, ਜੇ ਜੀਵਨ ਵਿੱਚ ਘਾਟਾ ਪਿਆ ਤੇ ਕਿਸੇ ਕਰਕੇ ਮਿਲਿਆ। ਪਰ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ, ਮਹਾਰਾਜ ਕੋਈ ਦੁੱਖ ਦੇ ਸਕਦਾ ਹੈ? ਕੋਈ ਮੈਨੂੰ ਸੁੱਖ ਦੇ ਸਕਦਾ ਹੈ? ਕੋਈ ਦੁਨੀਆ ਵਿੱਚ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਕੋਈ ਦੁਨੀਆ ਵਿੱਚ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ। ਹਜੂਰ ਕਹਿੰਦੇ ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ। ਜੇ ਤੈਨੂੰ ਜੀਵਨ ਵਿੱਚ ਸੁੱਖ ਮਿਲਿਆ ਤੇ ਤੇਰੇ ਕਰਮਾਂ ਕਰਕੇ ਹੈ, ਜੇ ਜੀਵਨ ਵਿੱਚ ਸੁੱਖ ਮਿਲਿਆ, ਵਡਿਆਈ ਮਿਲੀ ਹੈ ਤੇ ਤੇਰੇ ਕਰਮਾਂ ਕਰਕੇ ਹੈ। ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਸ ਤਰ੍ਹਾਂ ਇਸ ਕਰਮਾ ਰੂਪੀ ਬੀਜ ਬੀਜੇਗਾ, ਹਜੂਰ ਕਹਿੰਦੇ ਇੱਕ ਦਿਨ ਉਹ ਪ੍ਰਾਪਤ ਹੋ ਜਾਵੇਗਾ। ਬੜਾ ਪਿਆਰਾ ਵਚਨ ਹੈ ਸਤਿਗੁਰੂ ਦਾ, ਆਓ ਸਾਂਝਾ ਕਰ ਲਈਏ। ਕਰਮੀ ਆਪੋ ਆਪਣੀ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਕੇ ਨੇੜੇ ਕੇ ਦੂਰ। ਇਹ ਕਰਮਾ ਰੂਪੀ ਬੀਜ ਹੈ। ਜਿਸ ਤਰ੍ਹਾਂ ਦਾ ਬੀਜੋਗੇ ਨਾ, ਇਹ ਸਚਾਈ ਹੈ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ ਸਾਹਮਣੇ ਆਵੇਗਾ ਹੀ। ਜੇ ਚੰਗਾ ਬੀਜ ਬੀਜੋਗੇ, ਇੱਕ ਦਿਨ ਚੰਗਾ ਸਾਹਮਣੇ ਆਵੇਗਾ। ਮਾੜਾ ਬੀਜੋਗੇ, ਮਾੜਾ ਸਾਹਮਣੇ ਆਵੇਗਾ। ਹਜੂਰ ਨੇ ਬੜੀ ਵਾਰੀ ਸਤਿਗੁਰ ਨੇ ਬਾਣੀ ਅੰਦਰ ਦ੍ਰਿਸ਼ਟਾਂਤ ਦਿੱਤਾ ਹੈ ਕਿ ਇਹ ਕਰਮਾ ਰੂਪੀ ਬੀਜ ਜਿਸ ਤਰ੍ਹਾਂ ਦਾ ਬੀਜੇਗਾ ਪ੍ਰਾਪਤ ਹੋਵੇਗਾ। ਹਜੂਰ ਕਹਿੰਦੇ ਅਖੀਰਲੇ ਸ਼ਬਦਾਂ ਰਾਹੀਂ ਇਸ ਸ਼ਬਦ ਵਿੱਚ ਹਜੂਰ ਕਹਿੰਦੇ ਜਨ ਕਾ ਸੰਗ ਵੱਡ ਭਾਗੀ ਪਾਈ ਹੈ। ਤੁਸੀਂ ਸੰਗਤ ਵਿੱਚ ਬੈਠੇ ਹੋ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਨਾਨਕ ਸੰਤਨ ਕਹਿ ਕੁਰਬਾਨ, ਕਹਿੰਦੇ ਨੇ ਐਸੇ ਗੁਰੂ ਤੋਂ ਬਾਰਨੇ ਵਲਹਾਰਨੇ ਜਾਈਏ, ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਦਾ ਕੁਰਬਾਨ ਜਾਈਏ, ਸਦਾ ਵਾਰਨੇ ਜਾਈਏ, ਕਿਉਂਕਿ ਸਤਿਗੁਰੂ ਦੀ ਕਿਰਪਾ ਦੇ ਨਾਲ ਸੰਗਤ ਵਿੱਚ ਬੈਠੇ ਆ, ਇਹ ਲਾਹਾ ਪ੍ਰਾਪਤ ਕੀਤਾ ਹੈ। ਅਰਦਾਸ ਕਰੀਏ ਸੱਚੇ ਪਾਤਸ਼ਾਹ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਸਾਧ ਸੰਗਤ ਜੀ, ਇੱਕ ਅਰਦਾਸ, ਇੱਕ ਸਤਿਗੁਰ ਅੱਗੇ ਬੇਨਤੀ ਹੈ, ਪਾਤਸ਼ਾਹ ਮੇਰੇ ਅੰਦਰ ਅਵਗੁਣ ਬਣੇ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਤੁਸੀਂ ਦਿਆਲੂ ਹੋ, ਤਿਸੁ ਕਿਰਪਾਲੂ ਹੋ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਜਿਹੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਗੁਰੂ ਅੱਗੇ ਅਰਦਾਸ, ਸੱਚੇ ਪਾਤਸ਼ਾਹ ਜੈਸਾ ਬਾਲਕ ਪਾਏ ਸੁਪਾਈ। ਪੁੱਤਰ ਗਲਤੀਆਂ ਬੜੀਆਂ ਕਰਦਾ ਹੈ, ਪਰ ਜੇ ਪੁੱਤਰ ਮਾਤਾ ਪਿਤਾ ਕੋਲ ਆ ਜਾਂਦਾ ਹੈ ਤੇ ਬੇਨਤੀ ਕਰਦਾ, ਮਾਂ ਪਿਤਾ ਮੇਰੇ ਕੋਲ ਗਲਤੀ ਹੋਈ ਹੈ, ਤੇ ਸੰਸਾਰ ਦਾ ਐਸਾ ਕੋਈ ਪਿਤਾ ਨਹੀਂ ਮਾਫ ਕਰ ਦੇਵੇ, ਸਾਰੇ ਮਾਫ ਕਰ ਦਿੰਦੇ ਨੇ। ਸਾਧ ਸੰਗਤ ਜੀ, ਗੁਰੂ ਨਾਨਕ ਐਸੇ ਦਿਆਲੂ ਨੇ। ਅੱਜ ਗੁਰੂ ਨਾਨਕ ਦੇ ਚਰਨਾਂ ਤੇ ਟਹਿ ਪਈਏ, ਬੇਨਤੀਆਂ ਕਰੀਏ। ਸੱਚੇ ਪਾਤਸ਼ਾਹ ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਕਦੇ ਆਪਣੇ ਆਪ ਨੂੰ ਜਣਾਈਏ ਨਾ। ਇੱਥੇ ਬੇਨਤੀ ਕਰ ਦਵਾਂ, ਜਦੋਂ ਅਸੀਂ ਆਪਾਂ ਭਾਵ ਤਿਆਗ ਕੇ ਆਵਾਂਗੇ, ਹਉਮੈ ਤਿਆਗ ਕੇ ਆਵਾਂਗੇ, ਤੇ ਹਜੂਰ ਦਾ ਬਚਨ, ਠਾਕੁਰ ਤੁਮ ਸਰਨਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਜਦੋਂ ਹਉਮੈ ਤਿਆਗ ਦੇਵਾਂਗੇ, ਭਾਵਨਾ ਬਣਾਵਾਂਗੇ, ਗੁਰੂ ਚਰਨਾਂ ਵਿੱਚ ਜੁੜਾਂਗੇ, ਤੇ ਸਤਿਗੁਰੂ ਸਾਡਾ ਆਇਆਂ ਦਾ ਇੱਥੇ ਪ੍ਰਵਾਨ ਕਰ ਲਵੇਗਾ। ਗੁਰੂ ਅੱਗੇ ਅਰਦਾਸ, ਗੁਰੂ ਗ੍ਰੰਥ ਸਾਹਿਬ ਜੀ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੇ ਡਾਰ। ਵਾਰ ਵਾਰ ਇਹ ਜਨਮ ਮਿਲਣਾ ਨਹੀਂ। ਗੁਰੂ ਕਿਰਪਾ ਕਰੇ ਰਹਿੰਦੇ ਜੀਵਨ ਵਿੱਚ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਣ। ਆਪ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹੀ ਪ੍ਰਬੰਧਕ ਕਮੇਟੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਸਭ ਤੋਂ ਜ਼ਿਆਦਾ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਬੜੀ ਕਿਰਪਾ ਕਰਕੇ ਦਾਸਰੇ ਨੂੰ ਨਿਵਾਜਿਆ, ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ। ਗੁਰੂ ਕਿਰਪਾ ਕਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਸੇਵਾ ਦਰ ਪ੍ਰਵਾਨ ਕਰਨ, ਤੇ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਅਸੀਸਾਂ ਦੇਣੀਆਂ। ਸਤਿਗੁਰੂ ਹੋਰ ਵੱਧ ਚੜ ਕੇ ਆਪਣੇ ਦਰ ਦੀ ਸੇਵਾ ਸੰਭਾਲ ਬਖਸ਼ਿਸ਼ ਕਰਨ। ਕਰੋ ਕਿਰਪਾ, ਸੀਸਾਂ ਦਿਓ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।